ਆਸੈ ਹੋਈ ਸਹਾਇ। ਹਰਿ ਜਨ ਹਰਿ ਗੋਬਿੰਦਨੋ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਐ ਘਰ ਨੌ ਨਿਧ ਆਵੈ ਧਾਏ। ਸਭ ਥਾਈ ਹੋਏ ਸਹਾਇ। ਤੇਗ ਬਹਾਦਰ ਸਿਮਰਿਐ ਘਰ ਨੌ ਨਿਧ ਆਵੈ ਧਾਏ। ਸਭ ਥਾਈ ਹੋਏ ਸਹਾਇ। ਠੀਕਰ ਫੋਰ ਦਲੀਸ ਸਿਰ ਪ੍ਰਭ ਪੁਰ ਕੀਆ ਪਿਆਨ। ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੂ ਆਨ। ਸੁਕੋ ਟਲ ਗੁਰ ਸੇਵੀਐ ਐਨਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮਦੀ ਨੋਰ ਅਰਸੋਂ ਕੁਰਸੋਂ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ। ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਰਠ ਮਹਲਾ ਨਵਾਂ। ਮਨ ਰੇ ਪ੍ਰਭ ਕੀ ਸਰਨ ਵਿਚਾਰੋ। ਜਿਹੇ ਸਿਮਰਤ ਗਨ ਕਾ ਸੇ ਉਦਰੇ ਤਾਂ ਕੋ ਜਸ ਔਰ ਧਾਰੋ। ਰਹਾਓ ਅਟਲ ਭਇਓ ਧਰੂ ਜਾਂ ਕੇ ਸਿਮਰਨ ਅਰ ਨਿਰਭੈ ਪਦ ਪਾਇਆ। ਦੁਖ ਹਰਤਾ ਇਹ ਬਿਦ ਕੋ ਸੁਆਮੀ ਤੈ ਕਾਹੇ ਬਿਸਰਾਇਆ। ਮਨ ਰੇ ਪ੍ਰਭ ਕੀ ਸਰਨ ਵਿਚਾਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਕਿਰਪਾ ਨਿਧਾਨ ਗਰੀਬ ਨਵਾਜ ਸਤਿਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਵਿੱਤਰ ਪਾਵਨ ਹਜ਼ੂਰੀ ਅੰਦਰ ਬਿਰਾਜਮਾਨ ਹੋ ਰਹੀ ਗੁਰੂ ਕੀ ਸੰਗਤ। ਸਤਿਗੁਰਾਂ ਨੇ ਅੰਮ੍ਰਿਤ ਵੇਲੇ ਦਾ ਇਹ ਸੁਭਾਗਾ ਸਮਾਂ ਸਾਨੂੰ ਬਖਸ਼ਿਸ਼ ਕੀਤਾ ਹੈ, ਜੋ ਆਪ ਸੰਗਤਾਂ ਗੁਰੂ ਦਰਬਾਰ ਵਿੱਚ ਪਹੁੰਚ ਕੇ ਬੈਠ ਕੇ ਸਤਿਗੁਰਾਂ ਦੀ ਗੁਰਬਾਣੀ ਕੀਰਤਨ ਦੇ ਰੂਪ ਦੇ ਵਿੱਚ ਔਰ ਨਿਤਨੇਮ ਦੇ ਵਿੱਚ ਆਪ ਸੰਗਤਾਂ ਨੇ ਸਰਵਨ ਕਰਕੇ ਇਹ ਮਨੁੱਖਾ ਜਨਮ ਦਾ ਮਿਲਿਆ ਹੋਇਆ ਇਹ ਅਮੋਲਕ ਸਮਾਂ ਜੋ ਹੈ, ਜਿਹੜਾ ਵਾਰ-ਵਾਰ ਫਿਰ ਪ੍ਰਾਪਤ ਨਹੀਂ ਹੋਵੇਗਾ। ਤਰਵਰ ਵਿਸ਼ੁਨੇ ਨਹਿ ਪਾਤ ਜੁੜਤੇ ਜਮ ਮਗ ਗਉਣਾ ਕੇਲੀ। ਬਿਨਵੰਤ ਨਾਨਕ ਨਾਮ ਹਰ ਕੇ ਸਦਾ ਫਿਰਤ ਦੁਹੇਲੀ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਇਹ ਸਮਾਂ ਤੇਰੇ ਹੱਥੋਂ ਨਿਕਲ ਗਿਆ, ਇਹ ਮਨੁੱਖਾ ਜਨਮ ਦੀ ਬਾਜੀ ਦਾ ਇਹ ਦੁਬਾਰਾ ਪ੍ਰਾਪਤ ਨਹੀਂ ਹੋਵੇਗਾ, ਦੁਬਾਰਾ ਨਹੀਂ ਮਿਲੇਗਾ। ਵੱਡੇ ਭਾਗ ਹੋਏ ਨੇ ਜੋ ਸੰਗਤ ਵਿੱਚ ਆ ਕੇ ਬੈਠੇ ਆ, ਸਤਿਗੁਰਾਂ ਦੇ ਬਚਨਾਂ ਨੂੰ ਸਰਵਨ ਕਰਦਿਆਂ ਸਮਾਂ ਤੇ ਸਵਾਸ ਆਪਣੇ ਸਫਲੇ ਬਣਾਏ ਨੇ।
ਇਸ ਵੇਲੇ ਆਪਾਂ ਸਤਿਗੁਰਾਂ ਦੀ ਪਵਿੱਤਰ ਗੁਰਬਾਣੀ ਜੋ ਹੈ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੇ ਜਿਹੜੇ ਸ਼ਬਦ ਨੇ ਉਹ ਆਪਾਂ ਸਰਵਣ ਕਰ ਰਹੇ ਹਾਂ। ਆਓ ਆਪਣੇ ਮਨ ਦੇ ਧਿਆਨ ਨੂੰ ਟਿਕਾਈਏ, ਭਾਵਨਾ ਨਾਲ ਸਰਵਣ ਕਰੀਏ, ਮਿਲ ਕੇ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਰਠ ਮਹਲਾ ਨਵਾਂ। ਰਾਗ ਦਾ ਇਹ ਸ਼ਬਦ ਆਪਾਂ ਸਰਵਣ ਕਰ ਰਹੇ ਹਾਂ। ਨਵੇਂ ਪਾਤਸ਼ਾਹ ਸਾਹਿਬ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੇ ਇਹ ਪਵਿੱਤਰ ਬਚਨ ਜਿਹੜੇ ਨੇ ਸਾਨੂੰ ਬਖਸ਼ੇ ਨੇ। ਅੱਜ ਦਾ ਇਹ ਸ਼ਬਦ ਆਪਾਂ 632 ਅੰਗ ਦੇ ਉੱਪਰ ਮਹਾਰਾਜ ਸਾਹਿਬ ਜੀਆਂ ਨੇ ਬਖਸ਼ਿਸ਼ ਕੀਤਾ ਹੈ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੇ 11 ਸ਼ਬਦ ਨੇ ਸੋਠ ਰਾਗ ਦੇ ਵਿੱਚ, ਤੇ 11 ਸ਼ਬਦਾਂ ਵਿੱਚੋਂ 3 ਆਪਾਂ ਸਰਵਣ ਕੀਤੇ ਨੇ। ਅੱਜ ਚੌਥਾ ਸ਼ਬਦ ਮਹਾਰਾਜ ਜੀਆਂ ਦਾ ਆਪਾਂ ਸਰਵਣ ਕਰਨ ਜਾ ਰਹੇ ਹਾਂ। ਸੋਠ ਰਾਗ ਹੈ। ਨਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਸ਼ਬਦ ਉਪਦੇਸ਼ ਜੋ ਮਹਾਰਾਜ ਨੇ ਬਖਸ਼ਿਆ। ਸੋਠ ਰਾਗ ਦਾ ਇਹ ਚੌਥਾ ਸ਼ਬਦ ਮਹਾਰਾਜ ਜੀਆਂ ਦਾ ਜੋ ਸਾਡੀ ਝੋਲੀ ਪ੍ਰਾਪਤ ਹੋ ਰਿਹਾ ਹੈ। ਪਾਤਸ਼ਾਹ ਫਰਮਾਉਂਦੇ ਹਨ, ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ। ਮਹਾਰਾਜ ਬਖਸ਼ਿਸ਼ ਕਰਦੇ ਹੈ, ਮਨਾ ਪਰਮਾਤਮਾ ਦੀ ਸ਼ਰਨ ਵਿੱਚ ਪੈਣ ਦੀ ਵਿਚਾਰ ਕਰ। ਵਿਚਾਰਾਂ ਤੇ ਤੇਰੇ ਦਿਮਾਗ ਵਿੱਚ ਬੜੀਆਂ ਘੁੰਮਦੀਆਂ ਪਈਆਂ, ਪਰ ਦੁਨੀਆ ਦੇ ਪਦਾਰਥਾਂ ਵਾਸਤੇ, ਦੁਨੀਆ ਵਾਸਤੇ ਤੇ ਬੜੀਆਂ ਯੋਜਨਾਵਾਂ ਬਣਾਉਂਦਾ, ਬੜੀਆਂ ਸਕੀਮਾਂ ਘੜਦਾ ਹੈ, ਪਰ ਉਹ ਸਕੀਮਾਂ ਜਿਹੜੀਆਂ ਨੇ, ਯੋਜਨਾਵਾਂ ਜਿਹੜੀਆਂ ਨੇ ਕੇਵਲ ਦੁਨੀਆ ਦੇ ਪਦਾਰਥ ਵਾਸਤੇ ਬਣਾਈਆਂ, ਉਹ ਪ੍ਰਾਪਤ ਹੋ ਗਿਆ। ਪਰ ਅਸਲ ਦੇ ਵਿੱਚ ਪਰਮਾਤਮਾ ਦੀ ਪ੍ਰਾਪਤੀ ਦੀ ਵਿਚਾਰ ਕਰ। ਜੇ ਯੋਜਨਾ ਬਣਾਉਣੀ ਹੈ ਤੇ ਯੋਜਨਾ ਇਹ ਬਣਾ, ਜੇ ਕੋਈ ਸਕੀਮ ਬਣਾਉਣ ਲੱਗਾ ਹੈ, ਕੋਈ ਯਤਨ ਕਰਨ ਲੱਗਾ ਹੈ, ਤੇ ਯਤਨ ਇਹ ਕਰ ਵੀ ਪਰਮਾਤਮਾ ਨੂੰ ਕਿਵੇਂ ਮਿਲਾਂ। ਕਦੇ ਸੋਚਿਆ ਨਹੀਂ ਆਪਣੇ ਦਿਮਾਗ ਦੇ ਵਿੱਚ, ਕਦੇ ਇਸ ਉੱਪਰ ਆਪਣੀ ਮੱਤ ਦਾ ਜ਼ੋਰ ਨਹੀਂ ਦਿੱਤਾ ਕਿ ਜੇ ਪਰਮਾਤਮਾ ਨੂੰ ਮਿਲਣਾ ਹੈ ਤੇ ਕਿਵੇਂ ਮਿਲਾਂ। ਮਨ ਰਹੇ ਐ ਮਨਾ ਪਰਮਾਤਮਾ ਦੀ ਸ਼ਰਨ ਵਿੱਚ ਪੈਣ ਦੀ ਵਿਚਾਰ ਕਰ। ਕਦੇ ਸੋਚ ਬੈਠ ਕੇ ਵੀ ਜੇ ਮੈਂ ਪਰਮਾਤਮਾ ਦੀ ਸ਼ਰਨ ਵਿੱਚ ਪੈ ਜਾਵਾਂ ਤੇ ਮੇਰਾ ਕਿੰਨਾ ਭਲਾ ਹੋਵੇਗਾ, ਮੈਨੂੰ ਕਿੰਨੀਆਂ ਦਾਤਾਂ ਪ੍ਰਾਪਤ ਹੋ ਜਾਣਗੀਆਂ, ਮੇਰਾ ਇਹ ਜਨਮ ਸਫਲਾ ਹੋ ਜਾਵੇਗਾ। ਕਦੇ ਇਸ ਵਿਸ਼ੇ ਦੇ ਉੱਪਰ ਵੀ ਵਿਚਾਰ ਕਰਿਆ ਕਰ ਕਿ ਮੈਂ ਪਰਮਾਤਮਾ ਨੂੰ ਮਿਲਣਾ ਹੈ। ਹਰ ਵੇਲੇ ਦੁਨੀਆ ਬਾਰੇ ਸੋਚਦਾ, ਦੁਨੀਆ ਦੇ ਪਦਾਰਥਾਂ ਦੀ ਵਿਚਾਰ ਕਰਦਾ ਰਹਿੰਦਾ, ਪਰ ਕਦੇ ਇਹ ਵਿਚਾਰ ਨਹੀਂ ਕੀਤੀ ਵੀ ਰੱਬ ਦੇ ਨਾਲ ਵੀ ਮਿਲਣਾ ਹੈ। ਜਿਸ ਵਾਸਤੇ ਮੈਨੂੰ ਇਹ ਜਨਮ ਮਿਲਿਆ ਹੈ, ਮੈਂ ਇਸ ਜਨਮ ਨੂੰ ਸਫਲਾ ਬਣਾਉਣਾ ਹੈ, ਕਦੇ ਇਸ ਦੇ ਉੱਪਰ ਵਿਚਾਰ ਨਹੀਂ ਕਰਦਾ। ਐ ਮੇਰਿਆ ਮਨਾ, ਜੇ ਵਿਚਾਰ ਕਰਨੀ ਹੈ ਤੇ ਪਰਮਾਤਮਾ ਦੀ ਸ਼ਰਨ ਵਿੱਚ ਪੈਣ ਦੀ ਕਰ। ਉਹਦੀ ਸ਼ਰਨ ਵਿੱਚ ਪੈ ਕੇ ਕੀ ਪ੍ਰਾਪਤ ਹੁੰਦਾ ਹੈ। ਜੇ ਸਿਮਰਤ ਗਨਕਾ ਸੀ ਉਦਰੀ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਪੁੱਛਿਆ, ਮਹਾਰਾਜ ਜੇ ਪਰਮਾਤਮਾ ਦੀ ਸ਼ਰਨ ਵਿੱਚ ਪਵਾਂਗੇ, ਪਹਿਲਾ ਬਚਨ ਆਪਾਂ ਸਰਵਣ ਕੀਤਾ ਨਾ, ਪ੍ਰਭ ਕੀ ਸ਼ਰਨ ਵਿਚਾਰੋ। ਮੰਨ ਲਓ ਵੀ ਅਸੀਂ ਇਹ ਵਿਚਾਰ ਕਰ ਲਈਏ ਪਰਮਾਤਮਾ ਦੀ ਸ਼ਰਨ ਵਿੱਚ ਪੈਣ ਦਾ, ਤੇ ਫਿਰ ਸਾਨੂੰ ਮਿਲੇਗਾ ਕੀ, ਪ੍ਰਾਪਤੀ ਕਿਸ ਵਸਤੂ ਦੀ ਹੋਵੇਗੀ, ਕੀ ਪ੍ਰਾਪਤ ਹੋ ਜਾਵੇਗਾ। ਤੇ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿਣ ਲੱਗੇ, ਅਕਾਲ ਪੁਰਖ ਦੀ ਸ਼ਰਨ ਦੇ ਵਿੱਚ ਗਨਕਾ ਨਾਮ ਦੀ ਵੇਸਵਾ ਪੈ ਗਈ ਹੈ। ਸੋ ਵਿਦਵਾਨਾਂ ਨੇ ਗ੍ਰੰਥਾਂ ਵਿੱਚ ਲਿਖਿਆ ਹੈ ਕਿ ਇੱਕ ਵੇਸਵਾ ਨਹੀਂ, ਗਨਕਾ ਸੀ, ਗਨਕਾ ਵਰਗੀਆਂ ਕਈ ਵੇਸਵਾਵਾਂ ਜਿਨ੍ਹਾਂ ਨੇ ਪ੍ਰਮਾਤਮਾ ਦੀ, ਗੁਰੂ ਦੀ, ਸਾਧੂ ਦੀ ਸ਼ਰਨ ਪ੍ਰਾਪਤ ਕੀਤੀ, ਉਹਨਾਂ ਦਾ ਭਲਾ ਹੋ ਗਿਆ। ਕਹਿਣ ਲੱਗੇ ਜਨਕਪੁਰੀ ਦੇ ਵਿੱਚ ਇੱਕ ਵੇਸਵਾ ਰਹਿੰਦੀ ਹੈ। ਸੋ ਉਹ ਜਿਹੜੀ ਵੇਸਵਾ ਹੈ ਉਸਨੇ ਪਰਮਾਤਮਾ ਦੀ, ਪ੍ਰਭੂ ਦੀ, ਭਗਵਾਨ ਦੀ ਸ਼ਰਨ ਨੂੰ ਜਿਹੜਾ ਹੈ ਵਿਚਾਰਿਆ, ਪ੍ਰਾਪਤ ਕੀਤਾ। ਤੇ ਕਹਿਣ ਲੱਗੇ ਜਨਕਪੁਰੀ ਵਿੱਚ ਰਹਿਣ ਵਾਲੀ ਵੇਸਵਾ, ਉਹਦਾ ਵੀ ਭਲਾ ਹੋ ਗਿਆ। ਉਹ ਵੀ ਸੰਸਾਰ ਤੋਂ, ਜਿਸ ਦਾ ਨਾਮ ਹੈ ਪਿੰਗਲਾ, ਉਹ ਪਿੰਗਲਾ ਨਾਮ ਦੀ ਜਿਹੜੀ ਗਨਕਾ, ਉਹਦਾ ਭਲਾ ਹੋ ਗਿਆ, ਉਹ ਵੀ ਬਖਸ਼ਿਸ਼ ਨੂੰ ਪ੍ਰਾਪਤ ਹੋਈ। ਕਹਿਣ ਲੱਗੇ ਗਨਕਾ ਵਰਗੀ ਇੱਕ ਵੇਸਵਾ ਤ੍ਰੇਤੇ ਯੁੱਗ ਦੇ ਵਿੱਚ ਹੋਈ ਹੈ, ਜਿਸ ਨੇ ਭਗਵਾਨ ਰਾਮ ਜੀਆਂ ਦੇ ਸਿਰ ਦੇ ਉੱਪਰ ਮੁਕਟ ਰੱਖਿਆ। ਕਹਿਣ ਲੱਗੇ ਉਹਦੀ ਇਹ ਸੇਵਾ ਵੇਖ ਕੇ, ਉਹਦੀ ਇਹ ਭਾਵਨਾ ਵੇਖ ਕੇ ਤੇ ਭਗਵਾਨ ਰਾਮ ਜੀਆਂ ਨੇ ਉਹਨਾਂ ਦਾ ਭਲਾ ਕਰ ਦਿੱਤਾ। ਜੇ ਸਿਮਰਤ ਗਨਕਾ ਸੀ ਉਧਰੀ, ਗਨਕਾ ਵਰਗੀਆਂ ਇਹ ਵੇਸਵਾਵਾਂ ਜਿਹੜੀਆਂ ਸਰੀਰ ਵੇਚਦੀਆਂ ਪੈਸੇ ਦੇ ਬਦਲੇ,
ਇਹਨਾਂ ਨੇ ਵੀ ਸੇਵਾ ਕਰਕੇ ਆਪਣਾ ਭਲਾ ਕਰ ਲਿਆ। ਅਸੀਂ ਤੇਰੇ ਨਾਲ ਬਚਨ ਇਹ ਕਰਦੇ ਹਾਂ, ਪ੍ਰਮਾਤਮਾ ਦੀ ਸ਼ਰਨ ਵਿੱਚ ਚੱਲ ਕੇ ਕੀ ਹੋਵੇਗਾ? ਕਹਿੰਦੇ ਇਸ ਤਰ੍ਹਾਂ ਭਲਾ ਹੋਵੇਗਾ ਜਿਵੇਂ ਜਨਕਪੁਰੀ ਦੇ ਵਿੱਚ ਰਹਿਣ ਵਾਲੀ ਪਿੰਗਲਾ ਦਾ ਹੋਇਆ ਹੈ। ਤੇਰਾ ਇਸ ਤਰ੍ਹਾਂ ਭਲਾ ਹੋ ਜਾਵੇਗਾ ਜਿਵੇਂ ਰਾਮ ਜੀਆਂ ਦੇ ਸਿਰ ਤੇ ਮੁਕਟ ਰੱਖਣ ਵਾਲੀ ਵੇਸਵਾ ਦਾ ਭਲਾ ਹੋਇਆ। ਤੇਰਾ ਭਲਾ ਇਸ ਤਰ੍ਹਾਂ ਹੋ ਜਾਵੇਗਾ ਜਿਸ ਤਰ੍ਹਾਂ ਗਨਕਾ ਜਿਨ੍ਹਾਂ ਕਿ ਤੋਤੇ ਨੂੰ ਰਾਮ ਨਾਮ ਦਾ ਨਾਮ ਜਪਾਇਆ, ਉਹਦਾ ਭਲਾ ਹੋ ਗਿਆ। ਜਿਨ੍ਹਾਂ ਨੇ ਆਪਣੇ ਸਰੀਰ ਵਿੱਚ ਮਾਇਆ ਦੇ ਬਦਲੇ ਕਹਿਣ ਲੱਗੇ ਉਹ ਸਰੀਰ ਵੇਚਣ ਵਾਲੀਆਂ ਔਰਤਾਂ ਵੀ ਰੱਬ ਦੇ ਨਾਮ ਨੂੰ ਜਪ ਕੇ ਭਲਾ ਕਰ ਗਈਆਂ, ਆਪਣਾ ਸਰੀਰ ਤੇ ਆਪਣਾ ਜਨਮ ਸਫਲਾ ਕਰ ਗਈਆਂ। ਜੇ ਤੂੰ ਵੀ ਉਹਦੇ ਨਾਮ ਨੂੰ ਜਪੇਂਗਾ ਗੁਰਮੁਖਾ, ਇਹ ਸਰੀਰ ਤੇ ਜਨਮ ਤੇਰਾ ਵੀ ਸਫਲਾ ਹੋ ਜਾਵੇਗਾ। ਐਸੀ ਬਖਸ਼ਿਸ਼ ਇਹ ਜਿਹੜੀ ਹੈ ਪ੍ਰਾਪਤ ਹੁੰਦੀ ਹੈ। ਜੇ ਸਿਮਰਤ ਗਨਕਾ ਸੀ ਉਧਰੀ, ਗਨਕਾ ਨਾਮ ਦੀ ਇੱਕ ਵੇਸਵਾ ਕਹਿਣ ਲੱਗੇ ਇੱਕ ਮਹਾਤਮਾ ਜਾ ਰਿਹਾ ਕਿਸੇ ਰਸਤੇ ਦੇ ਉੱਪਰ, ਜਾਂਦਿਆਂ ਜਾਂਦਿਆਂ ਰਸਤੇ ਵਿੱਚ ਰਾਤ ਪੈ ਗਈ। ਕਿਸੇ ਨਗਰ ਦੇ ਵਿਅਕਤੀ ਨੂੰ ਪੁੱਛ ਲਿਆ, ਕਹਿਣ ਲੱਗੇ ਇੱਥੇ ਕੋਈ ਹੈ ਸੰਤ ਮਹਾਤਮਾ ਧਰਮਾਤਮਾ ਜਿਹੜਾ ਸਾਨੂੰ ਰਾਤ ਕਟਾ ਦੇਵੇ, ਰਾਤ ਆਪਣੇ ਘਰ ਵਿੱਚ ਰੱਖ ਲਵੇ। ਜਦੋਂ ਉਸ ਮਹਾਤਮਾ ਰਾਹ ਜਾਂਦੇ ਨੇ ਇਹ ਗੱਲ ਕਹੀ ਤੇ ਕਹਿਣ ਲੱਗੇ ਕੁਝ ਸ਼ਰਾਰਤੀ ਲੋਕ ਬੈਠੇ ਸਨ ਪਿੰਡ ਦੇ ਬਾਹਰ-ਬਾਹਰ। ਉਹਨਾਂ ਨੇ ਮਖੌਲ ਕਰਨ ਵਾਸਤੇ ਉਸ ਮਹਾਤਮਾ ਨੂੰ ਗਨਕਾ ਦਾ ਘਰ ਵਿਖਾ ਦਿੱਤਾ ਵੇਸਵਾ ਦਾ। ਕਹਿਣ ਲੱਗੇ ਉਹ ਸਾਹਮਣੇ ਚੁਬਾਰਾ ਘਰ ਹੈ, ਉੱਥੇ ਬੜੇ ਵੱਡੇ ਮਹਾਤਮਾ ਰਹਿੰਦੇ, ਉਹ ਬੜੀ ਸੇਵਾ ਕਰਦੇ, ਤੁਸੀਂ ਉੱਥੇ ਚਲੇ ਜਾਓ। ਸਾਧੂ ਭੋਲੇ ਸੁਭਾਅ ਦੇ ਨਾਲ ਜਦੋਂ ਗਿਆ, ਅੱਗੇ ਜਦੋਂ ਜਾ ਕੇ ਵੇਖਿਆ ਵੀ ਇਹ ਤੇ ਵੇਸਵਾ ਮੈਨੂੰ ਤੇ ਗਲਤ ਭੇਜ ਦਿੱਤਾ, ਮੇਰੇ ਨਾਲ ਕਿਸੇ ਨੇ ਮਖੌਲ ਕੀਤਾ। ਜਦੋਂ ਮਹਾਤਮਾ ਵਾਪਸ ਮੁੜਨ ਲੱਗੇ ਤੇ ਕਹਿਣ ਲੱਗੇ ਮਹਾਤਮਾ ਦਾ ਨੂਰਾਨੀ ਚਿਹਰਾ ਦੇਖ ਕੇ ਉਸ ਵੇਲੇ ਗਨਕਾ ਦੇ ਮਨ ਵਿੱਚ ਸ਼ਰਧਾ ਆ ਗਈ। ਭੱਜ ਕੇ ਮਹਾਂਪੁਰਖਾਂ ਦੇ ਸੰਤਾਂ ਦੇ ਚਰਨ ਫੜ ਲੈ, ਬੇਨਤੀ ਕੀਤੀ। ਕਹਿਣ ਲੱਗੀ ਮਹਾਤਮਾ ਇਸ ਘਰ ਦੇ ਵਿੱਚ ਵਕਾਰੀ ਲੋਕ ਆਏ ਨੇ, ਅਯਾਸ਼ ਲੋਕ ਆਏ, ਪਰ ਇੱਕ ਐਸੇ ਤੁਸੀਂ ਹੋ ਧਰਮਾਤਮਾ ਜਿਨ੍ਹਾਂ ਦੇ ਦਰਸ਼ਨ ਕਰਕੇ ਮੇਰੇ ਮਨ ਨੂੰ ਸ਼ਾਂਤੀ ਮਿਲੀ ਹੈ। ਆਪ ਜੀ ਮੇਰੇ ਤੇ ਕਿਰਪਾ ਕਰੋ, ਜੇ ਮੇਰੇ ਘਰ ਵਿੱਚ ਆਏ ਹੋ ਤੇ ਮੈਨੂੰ ਉਪਦੇਸ਼ ਦਿਓ, ਮੇਰਾ ਭਲਾ ਹੋ ਜਾਵੇ। ਜਦੋਂ ਇਸ ਤਰ੍ਹਾਂ ਗਨਕਾ ਨੇ ਵਾਰ-ਵਾਰ ਬੇਨਤੀਆਂ ਕੀਤੀਆਂ ਤੇ ਕਹਿਣ ਲੱਗੇ ਮਹਾਤਮਾ ਨੇ ਇਹਦਾ ਭਲਾ ਕਰਨ ਵਾਸਤੇ ਆਪਾਂ ਗੁਰਬਾਣੀ ਦਾ ਮਹਾਵਾਕ ਪੜ੍ਹਦੇ ਹਾਂ, ਜਨ ਪਰ ਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ, ਹਰ ਸਿਓ ਲੈਣ ਮਿਲਾਏ। ਰੱਬ ਦੇ ਭਗਤ ਜਿਹੜੇ ਨੇ ਉਹ ਪਰਉਪਕਾਰ ਕਰਨ ਵਾਸਤੇ ਸੰਤ ਸਾਧੂ ਆਉਂਦੇ। ਮਹਾਤਮਾ ਨੇ ਵੇਖਿਆ ਵੀ ਇਹ ਤਰਲੇ ਕਰਦੀ ਪਈ ਹੈ, ਇਹ ਚਾਹੁੰਦੀ ਹੈ ਭਲਾ ਕਰਾਉਣਾ, ਚਾਹੁੰਦੀ ਉਪਦੇਸ਼ ਲੈਣਾ। ਕਹਿਣ ਲੱਗੇ ਆਪਣੇ ਕੋਲ ਤੋਤਾ ਇੱਕ ਰੱਖਿਆ ਹੋਇਆ, ਜਿਸ ਤੋਤੇ ਨੂੰ ਮਹਾਤਮਾ ਰੋਜ਼ ਰਾਮ ਰਾਮ ਜਪਾਉਂਦੇ, ਆਪ ਰਾਮ ਰਾਮ ਕਹਿੰਦੇ, ਮਗਰ ਮਗਰ ਤੋਤਾ ਵੀ ਰਾਮ ਰਾਮ ਕਹਿੰਦਾ। ਤੇ ਮਹਾਤਮਾ ਨੇ ਆਪਣੇ ਕੋਲੋਂ ਤੋਤਾ ਦੇ ਦਿੱਤਾ। ਕਹਿਣ ਲੱਗੇ ਇਸ ਨੂੰ ਰੋਜ਼ ਸਵੇਰੇ ਉੱਠ ਕੇ ਰਾਮ ਰਾਮ ਜਪਾਇਆ ਕਰ, ਅਸੀਂ ਜਪਾਉਂਦੇ ਹਾਂ, ਇਹ ਡਿਊਟੀ ਹੁਣ ਤੇਰੀ ਲਾ ਦਿੱਤੀ ਹੈ। ਮਹਾਤਮਾ ਜਾਣਦੇ ਸਨ ਵੀ ਜੇ ਇਹਨੂੰ ਉਸ ਤਰ੍ਹਾਂ ਹੀ ਕਹਿ ਦਿੱਤਾ ਵੀ ਰਾਮ ਰਾਮ ਕਹਿ ਤੇ ਇਸ ਨੇ 1-2-4 ਦਿਨ ਕਰਨਾ, ਮੁੜ ਕੇ ਭੁੱਲ ਜਾਣਾ ਹੈ। ਇਸ ਕਰਕੇ ਇਸ ਨੂੰ ਪੱਕਾ ਹੀ ਇਹ ਨਿਤਨੇਮ ਦੇ ਦਈਏ ਕਿ ਰੋਜ਼ ਇਹ ਕਿਸੇ ਨਾ ਕਿਸੇ ਬਹਾਨੇ ਉੱਠ ਕੇ ਜਪ ਲਿਆ ਕਰੇ। ਜਦੋਂ ਕਹਿਣ ਲੱਗੇ ਤੋਤਾ ਦੇ ਦਿੱਤਾ, ਸਵੇਰ ਵੇਲੇ ਉੱਠਦੀ ਹੈ, ਇਸ਼ਨਾਨ ਕਰਦੀ ਹੈ, ਤੋਤੇ ਨੂੰ ਪਿੰਜਰੇ ਵਿੱਚ ਹੱਥ ਪਾ ਕੇ ਨਾਲੇ ਤੇ ਉਸ ਨੂੰ ਖਾਣ ਵਾਸਤੇ ਕੁਝ ਚੋਗ ਦਿੰਦੀ ਹੈ, ਕੋਈ ਚੂਰੀ ਦਿੰਦੀ ਹੈ, ਨਾਲੇ ਇਹ ਗਨਕਾ ਅੱਗੇ ਅੱਗੇ ਬੋਲਦੀ ਹੈ ਰਾਮ ਰਾਮ। ਉਹ ਤੋਤਾ ਵੀ ਮਗਰ ਮਗਰ ਰਾਮ ਰਾਮ ਕਹਿੰਦਾ ਹੈ। ਇੱਕ ਦਿਨ ਕਹਿੰਦੇ ਕੀ ਹੋਇਆ, ਬੜਾ ਹਨੇਰਾ ਹੈ, ਬੜੀ ਹਨੇਰੀ ਚੱਲਦੀ ਪਈ, ਦੀਵਾ ਜਗਾਉਣ ਦਾ ਚੇਤਾ ਭੁੱਲ ਗਿਆ ਤੇ ਕਹਿਣ ਲੱਗੇ ਜਦੋਂ ਤੋਤੇ ਦਾ ਪਿੰਜਰਾ ਖੋਲ੍ਹ ਕੇ ਇਹ ਗਨਕਾ ਨੇ ਵਿੱਚ ਹੱਥ ਪਾਇਆ ਤੇ ਆਖਿਆ ਰਾਮ ਰਾਮ ਕਹਿਣ ਲੱਗੇ ਉਸ ਪਿੰਜਰੇ ਵਿੱਚ ਸੱਪ ਆ ਕੇ ਬੈਠਾ। ਸੱਪ ਨੇ ਤੋਤੇ ਨੂੰ ਮਾਰ ਦਿੱਤਾ ਤੇ ਆਪ ਉਸ ਪਿੰਜਰੇ ਵਿੱਚ ਬੈਠਾ ਹੈ। ਜਦੋਂ ਗਨਕਾ ਨੇ ਇਹ ਗੱਲ ਕਹੀ ਹੱਥ ਲਾ ਕੇ ਵੀ ਰਾਮ ਰਾਮ ਕਹਿਣ ਲੱਗੇ, ਸੱਪ ਨੇ ਅੱਗੋਂ ਡੰਗ ਮਾਰ ਦਿੱਤਾ, ਪਰ ਮੂੰਹ ਦੇ ਵਿੱਚ ਸੀ ਰਾਮ ਦਾ ਨਾਮ। ਰਾਮ ਦਾ ਨਾਮ ਲੈਂਦਿਆਂ ਹੋਇਆਂ ਇਸ ਸੰਸਾਰ ਤੋਂ ਉਧਰ ਗਈ, ਉਹਦਾ ਭਲਾ ਹੋ ਗਿਆ। ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਹਿਣ ਲੱਗੇ ਗਨਕਾ ਉਧਰੀ ਹਰ ਕਹਿ ਤੋਤ। ਇਹ ਮਹਾਰਾਜ ਨੇ ਆਖਿਆ ਵੀ ਇਹ ਸਾਡੇ ਬਚਨ ਅਟਲ ਨੇ। ਗਨਕਾ ਦਾ ਉਧਾਰ ਹੋਇਆ ਕਿਵੇਂ? ਤੋਤੇ ਨੂੰ ਰਾਮ ਰਾਮ ਕਰਦਿਆਂ ਜਪਾਉਂਦਿਆਂ ਹੋਇਆ ਗਨਕਾ ਉਧਰੀ, ਗਨਕਾ ਦਾ ਹੋ ਗਿਆ ਉਧਾਰ। ਕਿਵੇਂ ਹੋਇਆ? ਹਰ ਕਹਿ ਤੋਤ, ਤੋਤੇ ਨੂੰ ਹਰ ਹਰ ਜਪਾਉਂਦਿਆਂ ਰਾਮ ਰਾਮ ਜਪਾਉਂਦਿਆਂ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਕਹਿਣ ਲੱਗੇ ਜੇ ਸਿਮਰਤ ਗਨਕਾ
ਜਿਸ ਦਾ ਸਿਮਰਨ ਕਰਕੇ ਗਣਕਾ ਦਾ ਭਲਾ ਹੋ ਗਿਆ। ਵੇਸਵਾ ਦੇ ਵਿੱਚ ਜਨਮ ਦੇ ਵਿੱਚ ਹੋਣ ਦੇ ਬਾਵਜੂਦ ਵੀ ਉਹ ਆਪਣਾ ਭਲਾ ਕਰਕੇ ਤੁਰ ਗਈ। ਤੇ ਪਾਤਸ਼ਾਹ ਕਹਿਣ ਲੱਗੇ ਸੀ ਤੋਂ ਭਾਵ ਹੁੰਦਾ ਵਰਗੀਆਂ, ਗਣਕਾ ਵਰਗੀਆਂ ਕਈ ਵੇਸਵਾ ਹੋਈਆਂ ਦੁਨੀਆ ਤੇ, ਉਹਨਾਂ ਨੇ ਵੀ ਰਾਮ ਦੇ ਨਾਮ ਨੂੰ ਜਪਿਆ, ਉਹਨਾਂ ਦਾ ਵੀ ਭਲਾ ਹੋ ਗਿਆ। ਤੇ ਗੁਰਮੁਖਾ ਜੇ ਤੂੰ ਜਪੇਗਾ ਤੇ ਭਲਾ ਤੇਰਾ ਵੀ ਹੋ ਜਾਏਗਾ। ਪਹਿਲਾ ਬਚਨ ਹੈ ਪ੍ਰਭ ਕੀ ਸ਼ਰਨ ਵਿਚਾਰੋ। ਐ ਮਨਾ, ਮਨ ਦੇ ਵਿੱਚ ਪ੍ਰਮਾਤਮਾ ਦੀ ਸ਼ਰਨ ਵਿੱਚ ਪੈਣ ਦੀ ਵਿਚਾਰ ਕਰ। ਤੇ ਸਾਡਾ ਸਵਾਲ ਇਹ ਹੋ ਜਾਂਦਾ ਹੈ, ਰੱਬ ਦੀ ਸ਼ਰਨ ਵਿੱਚ ਪਵਾਂਗੇ ਤੇ ਕੀ ਹੋਵੇਗਾ? ਤੇ ਸਤਿਗੁਰਾਂ ਨੇ ਉਦਾਹਰਨ ਦੇ ਦਿੱਤੀ, ਕਹਿਣ ਲੱਗੇ ਵੇਖ ਰੱਬ ਦੀ ਸ਼ਰਨ ਪ੍ਰਮਾਤਮਾ ਦੀ ਗਣਕਾ ਨੇ ਲਈ ਹੈ, ਉਹਦਾ ਉਧਾਰ ਹੋ ਗਿਆ। ਜੇ ਗਣਕਾ ਦਾ ਉਧਾਰ ਹੋ ਸਕਦਾ ਤੇਰਾ ਵੀ ਹੋ ਸਕਦਾ ਹੈ। ਤਾ ਕੋ ਜਸ ਉਰ ਧਾਰੋ। ਪ੍ਰਮਾਤਮਾ ਦਾ ਜਸ ਕਹੀਏ, ਸਿਫਤ ਵਡਿਆਈ ਆਪਣੇ ਮਨ ਦੇ ਵਿੱਚ ਰੱਖਿਆ ਕਰ। ਦੁਨੀਆ ਦੀ ਵਡਿਆਈ ਕਰਨੀ ਇਹ ਤੈਨੂੰ ਚੇਤਾ ਹੈ, ਦੁਨੀਆ ਦੀ ਵਡਿਆਈ ਵਾਸਤੇ ਕਿਹੜੀਆਂ ਕਿਹੜੀਆਂ ਗੱਲਾਂ ਕਰਨੀਆਂ ਉਹ ਵੀ ਤੈਨੂੰ ਚੇਤਾ ਹੈ। ਬੜੇ ਸ਼ਬਦਾਂ ਦਾ ਜਾਲ ਬੁਣ ਲੈਂਦਾ ਹੈ, ਬੜੇ ਸਤਿਕਾਰਤ ਸ਼ਬਦ ਲੋਕਾਂ ਨੂੰ ਕਹਿ ਕੇ ਵਡਿਆ ਦਿੰਦਾ ਹੈ, ਪਰ ਅਸਲ ਦੇ ਵਿੱਚ ਪ੍ਰਮਾਤਮਾ ਦੀ ਸਿਫਤ ਕਿਵੇਂ ਕਰਨੀ ਹੈ ਇਹ ਗੱਲ ਨੂੰ ਆਪਣੇ ਮਨ ਦੇ ਵਿੱਚ ਧਾਰਨ ਕਰ। ਤਾਕੋ ਜਸ ਉਰ ਧਾਰੋ, ਜਿਸ ਦਾ ਨਾਮ ਜਪ ਕੇ ਗਣਕਾ ਦਾ ਭਲਾ ਹੋਇਆ ਹੈ, ਉਸ ਪ੍ਰਮਾਤਮਾ ਦੇ ਜਸ ਨੂੰ ਆਪਣੇ ਹਿਰਦੇ ਵਿੱਚ ਲਿਆ ਕੇ ਟਿਕਾ। ਆਪਣੇ ਹਿਰਦੇ ਵਿੱਚ ਮਨ ਵਿੱਚ ਇਹ ਬਚਨ ਯਾਦ ਰੱਖ ਵੀ ਪ੍ਰਮਾਤਮਾ ਦਾ ਜਸ ਕਰਕੇ ਮੇਰਾ ਭਲਾ ਹੋਵੇਗਾ। ਇਸ ਬਚਨ ਨੂੰ ਆਪਣੇ ਮਨ ਵਿੱਚ ਮੰਨਣਾ ਕਰ। ਰਹੋ ਅਟਲ ਭਇਓ ਧਰੂ ਜਾਂ ਕੈ ਸਿਮਰਨ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਇੱਕ ਧਰੂ ਨਾਮ ਦਾ ਭਗਤ ਹੋਇਆ ਸਤਜੁਗ ਦੇ ਵਿੱਚ, ਪਰ ਪ੍ਰਮਾਤਮਾ ਦਾ ਸਿਮਰਨ ਭਾਈ ਉਹਨੇ ਵੀ ਕੀਤਾ ਹੈ। ਇਹ ਧਰੂ ਭਗਤ ਦੀ ਮਾਤਾ ਜਿਹੜੀ ਹੈ ਨਾ, ਸੋ ਇਹ ਰਾਜੇ ਦੇ ਘਰ ਵਿਆਹੀ ਹੋਈ। ਰਾਜਾ ਇਹਦਾ ਪਿਤਾ ਹੈ, ਰਾਣੀ ਮਾਂ ਹੈ, ਪਰ ਰਾਜੇ ਦੇ 2 ਵਿਆਹ ਸਨ। ਸੋ ਇੱਕ ਵਿਆਹ ਹੋਰ ਰਾਜੇ ਨੇ ਕਰਵਾਇਆ ਹੋਇਆ, ਉਹਦੇ ਵਿੱਚੋਂ ਵੀ ਇੱਕ ਪੁੱਤਰ ਹੈ ਤੇ ਇੱਕ ਪੁੱਤਰ ਭਗਤ ਧਰੂ ਜੀ ਨੇ। ਸੋ ਰਾਜੇ ਦੀਆਂ 2 ਰਾਣੀਆਂ, ਦੋਨਾਂ ਦੇ ਘਰ ਵਿੱਚ ਇੱਕ ਇੱਕ ਪੁੱਤਰ ਹੈ। ਇੱਕ ਦਿਨ ਕੀ ਹੋਇਆ ਹੈ, ਇਹ ਰਾਜਾ ਆਪਣੇ ਤਖਤ ਤੇ ਬੈਠਾ, ਸਿੰਘਾਸਨ ਤੇ ਬੈਠਾ, ਤੇ ਦੂਜੀ ਰਾਣੀ ਇਹਦੇ ਕੋਲ ਬੈਠੀ ਹੋਈ ਹੈ। ਭਗਤ ਧਰੂ ਜੀਆਂ ਦੀ ਉਮਰ ਛੋਟੀ ਹੈ, ਕੋਈ 4-5 ਸਾਲ ਦੀ ਹੋਵੇਗੀ। ਖੇਡਦੇ ਖੇਡਦੇ ਮਹਿਲਾਂ ਦੇ ਵਿੱਚ ਜਾ ਕੇ ਆਪਣੇ ਪਿਤਾ ਦੀ ਗੋਦੀ ਵਿੱਚ ਬੈਠ ਗਿਆ, ਲਾੜ ਵਾਸਤੇ, ਪਿਆਰ ਵਾਸਤੇ। ਜਦੋਂ ਗੋਦੀ ਵਿੱਚ ਜਾ ਕੇ ਬੈਠੇ, ਜਿਹੜੀ ਮਤਰੇਈ ਮਾਂ ਕੋਲ ਬੈਠੀ ਸੀ ਉਹਨੇ ਈਰਖਾ ਕੀਤੀ ਮਨ ਦੇ ਵਿੱਚ ਵੀ ਜੇ ਇਹ ਜ਼ਿਆਦਾ ਆਪਣੇ ਪਿਤਾ ਦੇ ਨੇੜੇ ਲੱਗ ਜਾਏਗਾ ਤੇ ਕਿਤੇ ਰਾਜ ਭਾਗ ਦਾ ਮਾਲਕ ਇਹ ਹੀ ਨਾ ਬਣ ਜਾਵੇ, ਮੇਰਾ ਪੁੱਤਰ ਕਿਤੇ ਰਾਜ ਭਾਗ ਤੋਂ ਦੂਰ ਨਾ ਰਹਿ ਜਾਵੇ। ਬੜੀ ਚਲਾਕ ਹੈ। ਇਸ ਗੱਲ ਨੂੰ ਭਾਪਦਿਆਂ ਜਾਂ ਵਿਚਾਰਦਿਆਂ ਹੋਇਆਂ ਉਸ ਔਰਤ ਨੇ, ਮਤਰੇਈ ਮਾਂ ਨੇ ਭਗਤ ਧਰੂ ਜੀਆਂ ਦੀ ਬਾਹ ਫੜ ਕੇ ਡੋਲੇ ਤੋਂ ਤੇ ਥੱਲੇ ਉਤਾਰ ਦਿੱਤਾ ਪਿਤਾ ਦੀ ਗੋਦੀ ਤੋਂ, ਤੇ ਨਾਲ ਹੀ ਮਿਹਣਾ ਵੀ ਦੇ ਦਿੱਤਾ। ਕਹਿਣ ਲੱਗੀ ਜੇ ਇਸ ਗੋਦੀ ਦਾ ਸੁੱਖ ਲੈਣਾ ਸੀ ਫਿਰ ਮੇਰੀ ਕੁੱਖ ਤੋਂ ਜਨਮ ਲੈਣਾ ਸੀ। ਮੇਰੀ ਸ਼ਰੀਕੇ ਦੇ ਘਰ ਵਿੱਚੋਂ, ਸ਼ੌਂਕਣ ਦੇ ਘਰ ਵਿੱਚ ਜਨਮ ਲਿਆ, ਇਹ ਸੁੱਖ ਤੈਨੂੰ ਪ੍ਰਾਪਤ ਨਹੀਂ ਹੋਵੇਗਾ। ਜਦੋਂ ਇਸ ਤਰ੍ਹਾਂ ਲੱਜਤ ਕਰਕੇ ਭਗਤ ਜੀਆਂ ਨੂੰ ਗੋਦੀ ਤੋਂ ਉਤਾਰਿਆ, ਰੋਂਦੇ ਰੋਂਦੇ ਆਪਣੇ ਘਰ ਦੇ ਵਿੱਚ ਆ ਗਏ। ਆਪਣੀ ਮਾਂ ਨੂੰ ਆ ਕੇ ਸਵਾਲ ਕੀਤਾ, ਕਹਿਣ ਲੱਗੇ ਮਾਂ ਇਹ ਦੱਸ ਵੀ ਤੂੰ ਗੋਲੀ ਹੈ ਕਿ ਰਾਣੀ ਹੈ? ਤੇ ਮਾਂ ਨੇ ਜਦੋਂ ਇਹ ਸਵਾਲ ਪੁੱਛਿਆ, ਸੁਣਿਆ ਨਾ ਆਪਣੇ ਪੁੱਤਰ ਦੇ ਕੋਲੋਂ, ਤੇ ਫਿਰ ਜਵਾਬ ਦਿੱਤਾ। ਕਹਿਣ ਲੱਗੀ ਨਹੀਂ ਪੁੱਤਰ, ਮੈਂ ਰਾਣੀ ਆ, ਮੇਰਾ ਪਿਤਾ ਵੀ ਰਾਜਾ ਸੀ, ਮੈਂ ਰਾਜੇ ਦੀ ਧੀ ਰਾਜਕੁਮਾਰੀ, ਤੇ ਜਿਹਦੇ ਨਾਲ ਮੇਰਾ ਵਿਆਹ ਹੋਇਆ ਇਹ ਵੀ ਰਾਜਾ, ਤੇ ਮੈਂ ਇਹਦੀ ਰਾਣੀ ਆ। ਮੈਂ ਦਾਸੀ ਕੋਈ ਨਹੀਂ, ਰਾਣੀ ਆ, ਜਨਮ ਤੋਂ ਹੀ ਰਾਜਕੁਮਾਰੀ, ਤੇ ਵਿਆਹ ਕਰਾ ਕੇ ਰਾਣੀ ਬਣ ਗਏ। ਤੇ ਫਿਰ ਪੁੱਛਿਆ, ਕਹਿਣ ਲੱਗੀ ਪੁੱਤਰ ਇਹ ਪੁੱਛਿਆ ਕਿਉਂ ਹੈ, ਤੇਰੇ ਮਨ ਵਿੱਚ ਇਹ ਸਵਾਲ ਕਿਉਂ ਆ ਗਿਆ ਅੱਜ? ਤੇ ਭਗਤ ਧਰੂ ਜੀ ਕਹਿਣ ਲੱਗੇ ਮਾਂ ਇਹ ਸਵਾਲ ਤਾਂ ਆਇਆ ਹੈ, ਅੱਜ ਮੈਂ ਆਪਣੇ ਪਿਤਾ ਦੀ ਗੋਦੀ ਵਿੱਚ ਬੈਠਾ ਤੇ ਦੂਜੀ ਮਾਂ ਨੇ ਮੈਨੂੰ ਉਤਾਰ ਕੇ ਆਖਿਆ ਵੀ ਇਸ ਗੋਦੀ ਵਿੱਚ ਤੂੰ ਨਹੀਂ ਬੈਠ ਸਕਦਾ, ਇਹ ਤੈਨੂੰ ਪ੍ਰਾਪਤ ਨਹੀਂ ਹੋਵੇਗਾ, ਤੇ ਮੈਨੂੰ ਇਸ ਤਰ੍ਹਾਂ ਲੱਜਤ ਕੀਤਾ ਹੈ, ਮੈਨੂੰ ਥੱਲੇ ਉਤਾਰਿਆ। ਮਾਂ ਮੈਂ ਕੀ ਕਰਾਂ ਜਿਹੜਾ ਇਹ ਸਭ ਕੁਝ ਮੈਨੂੰ ਪ੍ਰਾਪਤ ਹੋ ਜਾਵੇ? ਤੇ ਕਹਿਣ ਲੱਗੇ ਮਾਂ ਬੜੀ ਸਤ ਸੁਭਾਅ ਵਾਲੀ ਹੈ, ਰੱਬ ਤੇ ਭਰੋਸਾ ਰੱਖਣ ਵਾਲੀ ਹੈ। ਕਹਿਣ ਲੱਗੀ ਪੁੱਤਰ ਪਰਮੇਸ਼ਰ ਦੇ ਨਾਮ ਦੇ ਵਿੱਚੋਂ ਸਭ ਕੁਝ ਹੀ ਮਿਲ ਜਾਂਦਾ ਹੈ, ਤੂੰ ਨਾਮ ਜਪ, ਤੈਨੂੰ ਬੈਠੇ ਬਿਠਾਏ ਸਭ ਕੁਝ ਮਿਲੇਗਾ। ਨਾਮ ਵਿੱਚ ਏਡੀ ਤਾਕਤ ਹੈ ਕਿ ਦੁਨੀਆ ਦਾ ਕੋਈ ਪਦਾਰਥ ਇਹੋ ਜਿਹਾ ਨਹੀਂ, ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ, ਕੋਈ ਪਦਾਰਥ ਇਹੋ ਜਿਹਾ ਨਹੀਂ ਜਿਹੜਾ ਨਹੀਂ ਮਿਲੇਗਾ। ਕਹਿਣ ਲੱਗੇ ਇਹ ਬਚਨ ਹੁਣ ਬੱਚੇ ਦਾ ਮਨ ਹੁੰਦਾ ਕੋਰਾ ਕਾਗਜ਼, ਆਪਣੀ ਮਾਂ ਦੇ ਕੋਲੋਂ ਸੁਣਿਆ, ਸ਼ਰਧਾ ਵੱਜ ਗਈ, ਵਿਸ਼ਵਾਸ ਆ ਗਿਆ ਵੀ ਮਾਂ ਕਹਿੰਦੀ ਹੈ ਤੇ ਠੀਕ ਹੀ ਕਹਿੰਦੀ ਹੋਵੇਗੀ, ਸੱਚ ਹੀ ਆਖਦੀ ਹੋਵੇਗੀ। ਉਸੇ ਵੇਲੇ ਮਨ ਪੱਕਾ ਕਰਕੇ ਚੱਲ ਪਿਆ ਜੰਗਲ ਨੂੰ ਰੱਬ ਦਾ ਨਾਮ ਲੈਣ ਵਾਸਤੇ।
ਰਸਤੇ ਵਿੱਚ ਨਾਰਦ ਮੁਨੀ ਜੀ ਮਿਲ ਗਏ। ਪੁੱਛਿਆ, ਕਹਿਣ ਲੱਗੇ ਜੀ ਕਿੱਧਰ ਚੱਲੇ ਹੋ? ਤੇ ਭਗਤ ਜੀ ਕਹਿੰਦੇ ਮੈਂ ਨਾਮ ਜਪਣ ਚੱਲਿਆ। ਕਹਿਣ ਲੱਗੇ ਨਾਮ ਕਿਵੇਂ ਜਪੀਦਾ? ਨਾਮ ਕੀ ਹੁੰਦਾ ਤੈਨੂੰ ਪਤਾ? ਭਗਤ ਧਰੂ ਜੀ ਕਹਿੰਦੇ ਮੈਨੂੰ ਨਹੀਂ ਪਤਾ ਵੀ ਨਾਮ ਕੀ ਹੁੰਦਾ ਤੇ ਜਪੀਦਾ ਕਿਵੇਂ ਹੈ। ਉਸ ਵੇਲੇ ਨਾਰਦ ਜੀ ਨੇ ਜਪਾਇਆ। ਕਹਿਣ ਲੱਗੇ ਲੈ ਮੇਰੇ ਮਗਰ ਫਿਰ ਕਹਿ। ਅੱਗੇ ਅੱਗੇ ਨਾਰਦ ਜੀ ਆਖਦੇ ਰਾਮ ਰਾਮ ਰਾਮ, ਤੇ ਪਿੱਛੇ ਪਿੱਛੇ ਭਗਤ ਧਰੂਰ ਜੀ। ਇਸ ਤਰ੍ਹਾਂ ਉਪਦੇਸ਼ ਦੇ ਕੇ ਜੰਗਲ ਵਿੱਚ ਬੈਠ ਗਏ। ਲੰਮਾ ਸਮਾਂ ਬੈਠ ਕੇ ਜਦੋਂ ਨਾਮ ਜਪਿਆ, ਕਹਿਣ ਲੱਗੇ ਐਸੀਆਂ ਬਖਸ਼ਿਸ਼ਾਂ ਪ੍ਰਾਪਤ ਪਰਮਾਤਮਾ ਦੇ ਵੱਲੋਂ ਪ੍ਰਾਪਤ ਹੋਈਆਂ। ਪਰਮਾਤਮਾ ਨੇ ਆ ਕੇ ਪੁੱਛਿਆ, ਕਹਿੰਦੇ ਮੰਗ ਭਗਤ ਧਰੂ ਕੀ ਚਾਹੀਦਾ? ਤੇ ਇੰਨਾ ਚਿਰ ਨਾਮ ਜਪਦਿਆਂ ਉਹ ਮਨ ਦੇ ਵਿੱਚੋਂ ਵਾਸ਼ਨਾਵਾਂ ਰਾਜ ਭਾਗ ਦੀਆਂ ਮੁੱਕ ਗਈਆਂ, ਖਤਮ ਹੋ ਗਈਆਂ। ਆਖਿਆ ਜੀ ਕੁਝ ਨਹੀਂ ਚਾਹੀਦਾ। ਕਹਿਣ ਲੱਗੇ ਕੁਝ ਨਹੀਂ ਚਾਹੀਦਾ, ਘਰੋਂ ਕੀ ਮਨਸ਼ਾ ਲੈ ਕੇ ਚੱਲਿਆ? ਕਿ ਮੈਂ ਨਾਮ ਜਪਣ ਚੱਲਿਆ ਹਾਂ। ਕਹਿਣ ਲੱਗੇ ਜੀ ਘਰੋਂ ਮਨਸ਼ਾ ਇਹ ਸੀ ਮੇਰੀ ਵਿਚਾਰ ਵੀ ਮੈਂ ਰਾਜ ਭਾਗ ਦਾ ਮਾਲਕ ਬਣਾ, ਪਰ ਹੁਣ ਮੈਂ ਨਾਮ ਜਪਿਆ, ਮੈਨੂੰ ਸਮਝ ਆ ਗਈ ਵੀ ਰਾਜ ਵੀ ਤੇ ਨਾਸ਼ਵੰਤ ਹੀ ਹੈ, ਕੀ ਪਦਾਰਥਾਂ ਦਾ ਲੈਣਾ ਹੈ। ਸੋ ਇਸ ਕਰਕੇ ਮੈਂ ਉਹ ਵਿਚਾਰ ਹੀ ਛੱਡ ਦਿੱਤਾ ਹੈ। ਤੇ ਭਗਵਾਨ ਜੀ ਕਹਿਣ ਲੱਗੇ ਭਾਵੇਂ ਤੂੰ ਵਿਚਾਰ ਛੱਡ ਦਿੱਤਾ ਹੈ, ਪਰ ਇਹ ਜਿਹੜੀ ਤੂੰ ਮਨ ਵਿੱਚ ਵਿਚਾਰ ਲੈ ਕੇ ਚੱਲਿਆ ਜ਼ਰੂਰ ਪ੍ਰਾਪਤ ਹੋਵੇਗੀ। ਵਰ ਦਿੱਤਾ ਤੇਰੇ ਵਰਗਾ ਰਾਜ ਕੋਈ ਦੁਨੀਆ ਤੇ ਨਹੀਂ ਕਰ ਪਾਵੇਗਾ। 36,000 ਸਾਲ ਵਿਦਵਾਨਾਂ ਨੇ ਲਿਖਿਆ, 36,000 ਸਾਲ ਥੋੜਾ ਨਹੀਂ ਹੁੰਦਾ। 36,000 ਸਾਲ ਭਗਤ ਧਰੂ ਨੇ ਰਾਜ ਕੀਤਾ ਧਰਤੀ ਦੇ ਉੱਪਰ। ਤੇ ਜਦੋਂ ਫਿਰ ਸਰੀਰ ਛੱਡਿਆ ਤੇ ਸੱਚਖੰਡ ਦਾ ਪਹਿਰੇਦਾਰ ਬਣ ਗਿਆ। ਸੋ ਇਸ ਤਰ੍ਹਾਂ ਦੀ ਦਾਤ ਪ੍ਰਾਪਤ ਹੋਈ। ਮਹਾਰਾਜ ਇੱਥੇ ਬਖਸ਼ਿਸ਼ ਕਰਦੇ, ਕਹਿਣ ਲੱਗੇ ਅਟਲ ਭਇਓ ਧਰੂ ਜਾ ਕੇ ਸਿਮਰਨ। ਜਿਸ ਪਰਮਾਤਮਾ ਦਾ ਸਿਮਰਨ ਕਰਕੇ ਭਗਤ ਧਰੂ ਜੀ ਅਟਲ ਪਦਵੀ ਤੇ ਪ੍ਰਾਪਤ ਹੋਏ। 36,000 ਵਰਾ ਧਰਤੀ ਤੇ ਰਾਜ ਕੀਤਾ। ਫਿਰ ਸੱਚਖੰਡ ਦਰਬਾਰ ਦੇ ਜਾ ਕੇ ਦਰਬਾਰਚੀ ਬਣ ਗਏ। ਸੱਚਖੰਡ ਦੇ ਸਾਹਮਣੇ ਖੜ ਕੇ ਸੇਵਾ ਕਰਨ ਵਾਲੇ ਸੇਵਾਦਾਰ ਬਣ ਗਏ। ਇਹੋ ਜੀ ਅਟਲ ਪਦਵੀ ਇਹ ਕਿੱਥੋਂ ਪ੍ਰਾਪਤ ਹੋਈ ਹੈ? ਇਹ ਸਿਮਰਨ ਕਰਕੇ ਪ੍ਰਾਪਤ ਹੋਈ ਹੈ। ਸਤਿਗੁਰਾਂ ਦਾ ਪਹਿਲਾ ਬਚਨ ਸੀ ਪ੍ਰਭ ਕੀ ਸ਼ਰਨ ਵਿਚਾਰੋ, ਪਰਮਾਤਮਾ ਦੀ ਸ਼ਰਨ ਵਿੱਚ ਪੈਣ ਦਾ ਵਿਚਾਰ ਕਰ। ਪਰ ਜਿਹੜੇ ਪਏ ਨੇ ਉਹਨਾਂ ਨੂੰ ਕੀ ਪ੍ਰਾਪਤ ਹੋਇਆ? ਉਹਨਾਂ ਦੀ ਗਿਣਤੀ ਮਹਾਰਾਜ ਇਸ ਤੇ ਦੱਸਦੇ ਪਏ। ਪਹਿਲਾਂ ਗਣਕਾ ਦਾ ਜ਼ਿਕਰ ਕੀਤਾ, ਹੁਣ ਮਹਾਰਾਜ ਜੀਆਂ ਨੇ ਭਗਤ ਧਰੂ ਦਾ ਜ਼ਿਕਰ ਕੀਤਾ। ਕਹਿਣ ਲੱਗੇ ਭਗਤ ਧਰੂ ਜੀਆਂ ਨੇ ਸਿਮਰਨ ਕੀਤਾ ਤੇ ਉਸ ਨੂੰ ਅਟਲ ਪਦਵੀ ਜਿਹੜੀ ਪ੍ਰਾਪਤ ਹੋਈ ਹੈ। ਔਰ ਨਿਰਭੈ ਪਦ ਪਾਇਆ। ਨਿਰਭੈ ਪਦਵੀ, ਜਿੱਥੇ ਡਰ ਹੀ ਕਿਸੇ ਦਾ ਨਾ ਲੱਗੇ, ਨਾ ਡਰ ਰਾਜ ਭਾਗ ਕਰਦਿਆਂ ਕਿਸੇ ਦਾ ਮੰਨਿਆ। ਕਿਉਂਕਿ ਪਰਮਾਤਮਾ ਦੀ ਬਖਸ਼ਿਸ਼ ਸੀ ਵੀ ਤੇਰੇ ਵਰਗਾ ਰਾਜ ਕੋਈ ਨਹੀਂ ਕਰੇਗਾ, ਤੇਰੇ ਰਾਜ ਭਾਗ ਨੂੰ ਡੁਲਾ ਕੋਈ ਨਹੀਂ ਸਕੇਗਾ। ਦੁਨੀਆ ਤੇ ਰਹਿੰਦਿਆਂ ਹੋਇਆਂ ਨਿਰਭੈ ਹੋ ਕੇ ਰਾਜ ਕਮਾਇਆ ਅਤੇ ਫਿਰ ਸਰੀਰ ਛੱਡ ਕੇ ਸੱਚਖੰਡ ਦੇ ਜਾ ਕੇ ਪ੍ਰਾਪਤੀ ਵਾਲੇ ਬਣੇ। ਐਸਾ ਨਿਰਭੈਤਾ ਵਾਲਾ ਰਾਜ ਭਗਤ ਧਰੂ ਜੀਆਂ ਨੇ ਕਮਾਇਆ ਹੈ। ਦੁੱਖ ਹਰਤਾ ਇਹ ਬਿਦ ਕੋ ਸੁਆਮੀ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਉਹ ਪਰਮਾਤਮਾ ਭਾਈ ਇਸ ਤਰ੍ਹਾਂ ਦੁੱਖਾਂ ਨੂੰ ਦੂਰ ਕਰਦਾ। ਇਹ ਦੋ ਉਦਾਹਰਨਾਂ। ਹੁਣ ਗਣਕਾ ਵੀ ਤੇ ਦੁਖੀ ਸੀ ਨਾ, ਆਪਣਾ ਸਰੀਰ ਵੇਚ ਕੇ ਲੋਕਾਂ ਦੇ ਕੋਲੋਂ ਤਾਨੇ ਸੁਣ ਕੇ, ਪਰ ਉਹਨੇ ਨਾਮ ਜਪਿਆ ਤੇ ਉਹਦਾ ਦੁੱਖ ਦੂਰ ਹੋ ਗਿਆ। ਹੁਣ ਦੁਖੀ ਹੈ ਨਾ ਭਗਤ ਧਰੂ, ਕਿਉਂਕਿ ਮਾਂ ਨੇ ਆਖਿਆ ਤੂੰ ਇਸ ਝੋਲੀ ਵਿੱਚ ਗੋਦੀ ਵਿੱਚ ਬੈਠ ਹੀ ਨਹੀਂ ਸਕਦਾ ਹੈ। ਜਿਹੜਾ ਗੋਦੀ ਵਿੱਚ ਨਹੀਂ ਬੈਠ ਸਕਦਾ ਉਹ ਰਾਜ ਭਾਗ ਦਾ ਉਹਨੇ ਮਾਲਕ ਕਿੱਥੋਂ ਬਣ ਦੇਣਾ ਹੈ। ਮਨ ਵਿੱਚ ਉਹਦੇ ਵੀ ਦੁੱਖ ਹੈ ਵੀ ਮੈਨੂੰ ਇਹ ਪ੍ਰਾਪਤੀ ਕਿਉਂ ਨਹੀਂ ਹੋਈ ਹੈ। ਮਹਾਰਾਜ ਕਹਿੰਦੇ ਵੇਖ ਪਰਮਾਤਮਾ ਨੇ ਇਸ ਤਰ੍ਹਾਂ ਦੁੱਖ ਦੂਰ ਕਰ ਦਿੱਤੇ। ਦੁੱਖ ਹਰਤਾ ਇਹ ਬਿਦ ਕੋ ਸੁਆਮੀ। ਉਹ ਜੋ ਸੁਆਮੀ ਮਾਲਕ ਹੈ ਨਾ, ਉਹ ਭਾਈ ਇਸ ਤਰ੍ਹਾਂ ਦੁੱਖਾਂ ਨੂੰ ਦੂਰ ਕਰਦਾ ਜਿਵੇਂ ਇਹਨਾਂ ਦੋ ਭਗਤਾਂ ਦੇ ਕੀਤੇ ਹਨ। ਤੈ ਕਾਹੇ ਬਿਸਰਾਇਆ। ਸਤਿਗੁਰੂ ਪਾਤਸ਼ਾਹ ਕਹਿੰਦੇ ਤੂੰ ਕਿਉਂ ਵਿਸਾਰ ਦਿੱਤਾ ਭਾਈ? ਤੂੰ ਕਿਉਂ ਉਸ ਨੂੰ ਵਿਸਾਰਿਆ ਹੋਇਆ? ਵੇਖ ਦੋ ਉਦਾਹਰਨਾਂ ਦੇ ਕੇ ਤੈਨੂੰ ਸਮਝਾਇਆ ਵੀ ਉਹ ਦਾਤਾਂ ਦਿੰਦਾ ਹੈ, ਪਰ ਤੂੰ ਅਜੇ ਵੀ ਭੁਲਾ ਕੇ ਬੈਠਾ ਹੋਇਆ। ਤੈਨੂੰ ਅਜੇ ਵੀ ਚੇਤਾ ਕਰਾਉਣਾ ਪੈਂਦਾ, ਯਾਦ ਕਰਾਉਣਾ ਪੈਂਦਾ ਹੈ। ਤੂੰ ਕਿਉਂ ਭੁਲਾ ਦਿੱਤਾ ਉਹਦੇ ਨਾਮ ਨੂੰ ਜਿਸ ਦਾ ਨਾਮ ਜਪ ਕੇ ਐਸੀਆਂ ਦਾਤਾਂ ਪ੍ਰਾਪਤ ਹੁੰਦੀਆਂ ਹਨ। ਜਬ ਹੀ ਸਰਨ ਗਹੀ ਕਿਰਪਾ ਨਿਦ ਗਜ ਗ੍ਰਹ ਤੇ ਛੂਟਾ। ਪਾਤਸ਼ਾਹ ਮਹਾਰਾਜ ਜੀ ਮਨੁੱਖਾਂ ਦੀ ਉਦਾਹਰਨ ਦੇਣ ਤੋਂ ਬਾਅਦ ਵਿੱਚ ਹੁਣ ਇੱਕ ਪਸ਼ੂ ਦੀ ਉਦਾਹਰਨ ਦਿੰਦੇ, ਇੱਕ ਜਾਨਵਰ ਦੀ। ਕਹਿਣ ਲੱਗੇ ਵੇਖ ਜਾਨਵਰ ਦਾ ਵੀ ਉਹ ਭਲਾ ਕਰ ਦਿੰਦਾ ਹੈ। ਤੂੰ ਮਨ ਵਿੱਚ ਢਹਿੰਦੀ ਕਲਾ ਵਾਸਤੇ ਪਾਸੇ ਨਾ ਚਲੇ ਜਾਏ ਵੀ ਪਤਾ ਨਹੀਂ ਮੇਰੀ ਫਰਿਆਦ ਸੁਣੀ ਜਾਏ ਕਿ ਨਾ ਸੁਣੀ ਜਾਏ। ਉਹ ਪਰਮਾਤਮਾ ਜਿਹੜਾ ਹੈ ਜਾਨਵਰਾਂ ਦਾ ਵੀ ਭਲਾ ਕਰ ਦਿੰਦਾ। ਤੇ ਸਤਿਗੁਰਾਂ ਨੇ ਇੱਕ ਉਦਾਹਰਨ ਦਿੱਤੀ ਹੈ। ਕਹਿਣ ਲੱਗੀ ਜਬ ਹੀ ਸਰਨ ਗਹੀ, ਜਦੋਂ ਪਰਮਾਤਮਾ ਦੀ ਸ਼ਰਨ ਗ੍ਰਹਿਣ ਕੀਤੀ। ਕਿੰਨੇ ਗ੍ਰਹਿਣ ਕੀਤੀ? ਗਜ ਨਾਮ ਗੁਰਮੁਖੋ ਹਾਥੀ ਦਾ।
ਜਦੋਂ ਹਾਥੀ ਨੇ ਸ਼ਰਨ ਗਹਿਣ ਕੀਤੀ ਪ੍ਰਮਾਤਮਾ ਦੀ ਤੇ ਕਹਿਣ ਲੱਗੇ ਗੱਜ ਗਰਾਹ ਤੇ ਛੂਟਾ। ਗਰਾਹ ਨਾਮ ਤੇਂਦੂਏ ਦਾ, ਪਾਣੀ ਵਿੱਚ ਰਹਿਣ ਵਾਲਾ ਇੱਕ ਜੀਵ। ਕਹਿਣ ਲੱਗੇ ਪ੍ਰਮਾਤਮਾ ਨੇ ਉਹਦੇ ਕੋਲੋਂ ਉਹਦਾ ਛੁਟਕਾਰਾ ਕਰਵਾ ਦਿੱਤਾ। ਇਹ ਇੱਕ ਜਾਨਵਰ ਦਾ ਵੀ ਭਲਾ ਹੋ ਗਿਆ। ਇਤਿਹਾਸਕਾਰ ਸਾਖੀ ਇਸ ਤਰ੍ਹਾਂ ਵਰਣਨ ਕਰਦੇ ਨੇ, ਕਹਿਣ ਲੱਗੇ ਹਾਥੀ ਇੱਕ ਵਾਰੀ ਪਾਣੀ ਪੀਣ ਵਾਸਤੇ ਨਦੀ ਦੇ ਕੋਲ ਚਲਾ ਗਿਆ, ਪਰ ਨਦੀ ਦੇ ਵਿੱਚ ਕਹਿੰਦੇ ਇੱਕ ਤੇਂਦੂਆ ਨਾਮ ਦਾ ਜੀਵ ਰਹਿੰਦਾ ਹੈ। ਕੋਈ ਪਿਛਲੇ ਜਨਮਾਂ ਦੀ ਇਹਨਾਂ ਦੀ ਪੁਰਾਣੀ ਦੁਸ਼ਮਣੀ ਹੈ ਤੇ ਤੇਂਦੂਏ ਨੂੰ ਮੌਕਾ ਮਿਲਿਆ ਵੀ ਮੇਰਾ ਦੁਸ਼ਮਣ ਮੇਰੇ ਨੇੜੇ ਆਇਆ, ਮੈਂ ਇਹਦੇ ਕੋਲੋਂ ਬਦਲਾ ਲੈ ਲਵਾਂ। ਉਸ ਵੇਲੇ ਹਾਥੀ ਨੂੰ ਆਪਣੀਆਂ ਤਾਰਾਂ ਵਿੱਚ, ਆਪਣੇ ਪੰਜੇ ਦੇ ਵਿੱਚ ਇਸ ਜੀਵ ਨੇ ਜਕੜ ਲਿਆ। ਕਾਫੀ ਸਮਾਂ ਆਪਸ ਵਿੱਚ ਇਹਨਾਂ ਦਾ ਜੰਗ ਹੁੰਦਾ ਰਿਹਾ, ਘੋਲ ਹੁੰਦਾ ਰਿਹਾ। ਪਰ ਹੁਣ ਤੇਂਦੂਆ ਤੇ ਪਾਣੀ ਵਿੱਚ ਰਹਿਣ ਵਾਲਾ ਜੀਵ ਹੈ, ਹਾਥੀ ਧਰਤੀ ਤੇ ਰਹਿਣ ਵਾਲਾ, ਉਹਨੂੰ ਤੇ ਪਾਣੀ ਵਿੱਚੋਂ ਖੁਰਾਕ ਮਿਲਦੀ, ਉਹ ਤਗੜਾ ਹੁੰਦਾ ਹੈ। ਹਾਥੀ ਵਿਚਾਰੇ ਨੂੰ ਪਾਣੀ ਵਿੱਚੋਂ ਖੁਰਾਕ ਕਿੱਥੋਂ ਮਿਲੇ, ਕਮਜ਼ੋਰ ਹੁੰਦਾ ਗਿਆ। ਜਦੋਂ ਕਈ ਦਿਨ ਲੰਘ ਗਏ, ਹਾਥੀ ਨੂੰ ਉਸ ਵੇਲੇ ਸਮਝ ਆ ਗਈ ਵੀ ਮੈਂ ਬਚ ਨਹੀਂ ਸਕਦਾ, ਇਹਨੇ ਮੈਨੂੰ ਹੁਣ ਮਾਰ ਦੇਣਾ ਹੈ, ਮੇਰਾ ਹੁਣ ਅੰਤ ਸਮਾਂ ਨੇੜੇ ਆ ਗਿਆ। ਕਹਿਣ ਲੱਗੇ ਇੰਨੇ ਚਿਰ ਨੂੰ ਪਾਣੀ ਦੇ ਵਿੱਚ ਕਮਲ ਦਾ ਫੁੱਲ ਟੁੱਟਿਆ ਹੋਇਆ ਰੁੜਿਆ ਜਾਂਦਾ ਹੈ। ਹਾਥੀ ਨੇ ਉਸ ਵੇਲੇ ਉਹ ਕਮਲ ਦਾ ਫੁੱਲ ਆਪਣੀ ਸੁੰਡ ਵਿੱਚ ਪਕੜ ਕੇ ਤੇ ਕਹਿਣ ਲੱਗੇ ਉੱਪਰ ਨੂੰ ਕੀਤਾ, ਆਕਾਸ਼ ਵੱਲ ਨੂੰ। ਮਨੋਂ ਹੀ ਮਨ ਅਰਦਾਸ ਕੀਤੀ ਹੈ, ਪ੍ਰਮਾਤਮਾ ਤੇਰੇ ਬਿਨਾ ਹੁਣ ਮੇਰੀ ਰੱਖਿਆ ਕਿਸੇ ਨੇ ਨਹੀਂ ਕਰਨੀ ਹੈ, ਆਪ ਜੀ ਕਿਰਪਾ ਕਰਕੇ ਮੇਰਾ ਭਲਾ ਕਰੋ। ਕਹਿਣ ਲੱਗੇ ਜਦੋਂ ਇਸ ਤਰ੍ਹਾਂ ਫਰਿਆਦ ਕੀਤੀ, ਉਸ ਵੇਲੇ ਪ੍ਰਮਾਤਮਾ ਨੇ ਝਾਟੀ ਆ ਕੇ ਤੇਂਦੂਏ ਦੀਆਂ ਉਹ ਜਿਹੜੀ ਜਕੜ ਸੀ ਉਸ ਦੀ ਪਕੜ ਉਹ ਤੋੜ ਦਿੱਤੀ, ਤਾਰਾਂ ਕੱਟ ਦਿੱਤੀਆਂ ਤੇ ਹਾਥੀ ਨੂੰ ਬਚਾ ਲਿਆ। ਇਹ ਇੱਕ ਉਦਾਹਰਨ ਦਿੱਤੀ ਹੈ ਮਹਾਰਾਜ ਸਾਹਿਬ ਦੀਆਂ ਨੇ ਗੁਰਬਾਣੀ ਦੇ ਵਿੱਚ। ਮਹਾਰਾਜ ਕਹਿਣ ਲੱਗੇ ਜਬ ਹੀ ਸਰਨ ਗਹੀ ਕਿਰਪਾ ਨਿਧ, ਜਿਹੜਾ ਕਿਰਪਾ ਦਾ ਖਜ਼ਾਨਾ ਪ੍ਰਮਾਤਮਾ ਕਿਰਪਾ ਕਰਨ ਵਾਲਾ, ਜਦੋਂ ਉਹਦੀ ਸ਼ਰਨ ਗ੍ਰਹਿਣ ਕੀਤੀ ਨਾ ਹਾਥੀ ਨੇ, ਤਰਲਾ ਕੀਤਾ ਵੀ ਐ ਪ੍ਰਮਾਤਮਾ ਮੇਰੀ ਜਾਨ ਬਖਸ਼, ਮੇਰੇ ਤੇ ਕਿਰਪਾ ਕਰ। ਤੇ ਪਾਤਸ਼ਾਹ ਕਹਿਣ ਲੱਗੇ ਗੱਜ ਗਰਾਹ ਤੇ ਛੂਟਾ। ਗਰਾਹ ਨਾਮ ਤੇਂਦੂਏ ਦਾ, ਪਾਣੀ ਵਿੱਚ ਰਹਿਣ ਵਾਲਾ ਇੱਕ ਜੀਵ। ਪ੍ਰਮਾਤਮਾ ਨੇ ਕਿਰਪਾ ਕਰਕੇ ਉਸ ਨੂੰ ਛੁਡਾ ਲਿਆ, ਉਸ ਤੇ ਬਖਸ਼ਿਸ਼ ਕਰ ਦਿੱਤੀ। ਇਸ ਤਰ੍ਹਾਂ ਤੂੰ ਵੀ ਉਸ ਦੀ ਸ਼ਰਨ ਵਿੱਚ ਜਾਏਗਾ, ਤੇਰਾ ਭਲਾ ਹੋ ਜਾਂਦਾ ਹੈ। ਮਹਿਮਾ ਨਾਮ ਕਹਾ ਲਓ ਬਰਨੋ, ਰਾਮ ਕਹਿਤ ਬੰਧਨ ਤੇ ਟੂਟਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਭਾਈ ਨਾਮ ਦੀ ਮਹਿਮਾ ਕਿੱਥੋਂ ਤੱਕ ਵਰਣਨ ਕਰੀਏ। ਨਾਮ ਦੀ ਮਹਿਮਾ ਦੱਸੀ ਨਹੀਂ ਨਾ ਜਾ ਸਕਦੀ, ਨਾਮ ਤੇ ਬੇਅੰਤ ਹੈ ਨਾ, ਨਾਮ ਤੇ ਪ੍ਰਮਾਤਮਾ ਹੈ, ਪ੍ਰਮਾਤਮਾ ਦਾ ਵਰਣਨ ਥੋੜੀ ਕੀਤਾ ਜਾ ਸਕਦਾ ਹੈ। ਮਹਾਰਾਜ ਕਹਿਣ ਲੱਗੇ ਮਹਿਮਾ ਨਾਮ, ਨਾਮ ਦੀ ਮਹਿਮਾ ਕਹਾਂ ਲਓ ਬਰਨੋ, ਕਿੱਥੋਂ ਤੱਕ ਕਹਿ ਕੇ ਦਸੀਏ। ਰਾਮ ਕਹਿਤ, ਜਿਨੇ ਦੁਨੀਆ ਤੇ ਰਾਮ ਕਿਹਾ ਹੈ ਨਾ, ਬੰਧਨ ਤੇ ਟੂਟਾ, ਉਹਦੇ ਬੰਧਨ ਦੁਨੀਆ ਤੋਂ ਟੁੱਟ ਗਏ। ਨਾਮ ਦੀ ਏਡੀ ਵੱਡੀ ਮਹਿਮਾ ਹੈ। ਉਹਨਾਂ ਬੰਦਿਆਂ ਦਾ ਕਿੰਨਾ ਕੁ ਜ਼ਿਕਰ ਕਰੀਏ, ਕਿੰਨੀ ਕੁ ਗਿਣਤੀ ਕਰੀਏ ਜਿਨ੍ਹਾਂ ਨੇ ਰੱਬ ਦੇ ਨਾਮ ਨੂੰ ਜਪਿਆ। ਪਾਤਸ਼ਾਹ ਕਹਿਣ ਲੱਗੇ ਰਾਮ ਦਾ ਨਾਮ ਹੀ ਗੁਰਮੁਖੋ ਇਹੋ ਜਿਹਾ ਹੈ, ਜਿਹਦੇ ਮੂੰਹ ਦੇ ਵਿੱਚੋਂ ਨਿਕਲਿਆ ਉਹਦੇ ਬੰਧਨ ਹੀ ਟੁੱਟ ਗਏ, ਉਹਦਾ ਬੰਧਨ ਰਹਿ ਹੀ ਕੋਈ ਨਹੀਂ ਗਿਆ। ਸਤਿਗੁਰ ਸਿੱਖ ਹੈ ਬੰਧਨ ਕਾਟੈ, ਗੁਰ ਕਾ ਸਿੱਖ ਵਿਕਾਰ ਤੇ ਹਟੈ। ਗੁਰ ਕੈ ਗ੍ਰਹਿ ਸੇਵਕ ਜੋ ਰਹੈ, ਗੁਰ ਕੀ ਆਗਿਆ ਮਨ ਮੈਂ ਸਹੈ। ਆਪਸ ਕੋ ਕਰ ਕਾਸ਼ ਨਾ ਜਨਾਵੈ, ਹਰ ਹਰ ਨਾਮ ਹਿਰਦੈ ਸਦ ਧਿਆਵੈ। ਜਿਹੜਾ ਇਸ ਤਰ੍ਹਾਂ ਦਾ ਗੁਰਸਿੱਖ ਆਪਣੀ ਜ਼ੁਬਾਨ ਤੋਂ ਹਰ ਵੇਲੇ ਰਾਮ ਕਹਿੰਦਾ, ਵਾਹਿਗੁਰੂ ਕਹਿੰਦਾ ਹੈ, ਐਸੀ ਨਾਮ ਦੀ ਜਿਹੜਾ ਕਮਾਈ ਕਰਨ ਵਾਲਾ। ਪਾਤਸ਼ਾਹ ਕਹਿਣ ਲੱਗੇ ਜਿਨ੍ਹਾਂ ਨੇ ਕੀਤੀ ਹੈ, ਜਿਨੀ ਨਾਮ ਧਿਆਇਆ। ਗੁਰੂ ਨਾਨਕ ਦੇਵ ਪਾਤਸ਼ਾਹ ਦੇ ਬਚਨ, ਜਿਨ੍ਹਾਂ ਨੇ ਪਹਿਲਾਂ ਨਾਮ ਜਪਿਆ, ਸਾਡੇ ਤੋਂ ਪਹਿਲਾਂ ਜਿਹੜੇ ਹੋਏ, ਜਿਹੜੇ ਅੱਜ ਨਾਮ ਜਪਦੇ ਪਏ ਸਾਡੇ ਨਾਲ, ਜਾਂ ਜਿਹੜੇ ਸਾਡੇ ਤੋਂ ਮਗਰੋਂ ਨਾਮ ਜਪਣਗੇ, ਜਿਨੀ ਨਾਮ ਧਿਆਇਆ, ਜਿਨ੍ਹਾਂ ਨੇ ਨਾਮ ਜਪਿਆ ਹੈ। ਗਏ ਮੁਸ਼ੱਕਤ ਘਾਲ, ਜਿਹੜੇ ਇਹ ਕਮਾਈ ਕਰਕੇ ਗਏ, ਭਾਵੇਂ ਪਹਿਲਾਂ ਤੇ ਭਾਵੇਂ ਸਾਡੇ ਤੋਂ ਬਾਅਦ ਵਿੱਚ, ਨਾਨਕ ਤੇ ਮੁਖ ਉਜਲੇ, ਉਹਨਾਂ ਦੇ ਮੁਖ ਉਜਲ ਹੋਣਗੇ ਰੱਬ ਦੀ ਦਰਗਾਹ ਦੇ ਵਿੱਚ। ਕੱਲੇ ਉਹਨਾਂ ਦੇ ਮੁਖ ਉਜਲ ਨਹੀਂ ਹੋਣਗੇ, ਕੀਤੀ ਛੁੱਟੀ ਨਾਲ ਜਿਹੜੇ ਉਹਨਾਂ ਦੀ ਸੰਗਤ ਕਰਨਗੇ ਨਾ ਭਾਈ, ਉਹਨਾਂ ਦਾ ਵੀ ਭਲਾ ਹੋ ਜਾਵੇਗਾ। ਰੱਬ ਦਾ ਨਾਮ ਏਡਾ ਵੱਡਾ ਹੈ, ਨਾਮ ਜਪਿਆ ਤੇ ਇੱਕ ਨੇ, ਪਰ ਉਹਦੀ ਸੰਗਤ ਕਰਨ ਵਾਲਿਆਂ ਦਾ ਵੀ ਭਲਾ ਹੋ ਗਿਆ। ਤਾਂ ਹੀ ਮਹਾਰਾਜ ਨੇ ਆਖਿਆ ਨਾ ਸੰਗਤ ਵਿੱਚ ਆਇਆ ਕਰੋ, ਸੰਗਤ ਵਿੱਚ ਆ ਕੇ ਬੈਠਿਆ ਕਰੋ। ਸੰਗਤ ਵਿੱਚ ਕੋਈ ਪਤਾ ਨਹੀਂ ਕਿਹੜੀ ਰੂਹ ਇਸ ਤਰ੍ਹਾਂ ਦੀ ਬੈਠੀ ਹੈ, ਭਜਨ ਵਾਲੀ, ਕਮਾਈ ਵਾਲੀ, ਬੰਦਗੀ ਵਾਲੀ, ਕਿ ਉਹਦੀ ਸੰਗਤ ਕਰਕੇ ਹੋ ਸਕਦਾ ਸਾਡਾ ਵੀ ਨਾਲ ਹੀ ਭਲਾ ਹੋ ਜਾਵੇ। ਕੀਤੀ ਛੁੱਟੀ ਨਾਲ ਨਾਮ ਜਪਣ ਵਾਲੇ ਆਪ ਤੇ ਮੁਕਤ ਹੁੰਦੇ, ਉਹਨਾਂ ਦੀ ਸੰਗਤ ਕਰਨ ਵਾਲੇ ਵੀ ਮੁਕਤ ਹੋ ਜਾਂਦੇ। ਜਦੋਂ ਅਸੀਂ ਸੰਗਤ ਵਿੱਚ ਆਉਂਦੇ ਹਾਂ, ਬੜੀਆਂ ਬੜੀਆਂ ਮਹਾਨ ਰੂਹਾਂ, ਗੁਰੂ ਕੇ ਸਿੱਖ, ਭਜਨ ਸਿਮਰਨ ਕਰਨ ਵਾਲੇ ਸੰਗਤ ਵਿੱਚ ਆ ਕੇ ਬੈਠਦੇ,
ਗੁਰੂ ਦਾ ਬਚਨ ਸਰਵਨ ਕਰਦੇ, ਜਦੋਂ ਉਹਨਾਂ ਦੀ ਸੰਗਤ ਵਿੱਚ ਅਸੀਂ ਪ੍ਰਾਪਤ ਹੋਵਾਂਗੇ ਸਾਡਾ ਵੀ ਭਲਾ ਹੋ ਜਾਵੇਗਾ। ਇਹ ਐਸੀ ਦਾਤ ਸੰਗਤ ਵਿੱਚੋਂ ਪ੍ਰਾਪਤ ਹੁੰਦੀ ਹੈ। ਮਹਾਰਾਜ ਕਹਿਣ ਲੱਗੇ ਭਾਈ ਇਹ ਰਾਮ ਦੇ ਨਾਮ ਦੀ ਮਹਿਮਾ ਕਹੀ ਨਹੀਂ ਜਾ ਸਕਦੀ ਹੈ। ਰਾਮ ਕਹਿਤ ਜਿਨੇ ਜਿਨੇ ਰਾਮ ਕਿਹਾ ਹੈ, ਬੰਧਨ ਤੇ ਟੂਟਾ, ਉਹਨਾਂ ਦੇ ਬੰਧਨ ਜਿਹੜੇ ਨੇ ਉਹ ਸੰਸਾਰ ਤੋਂ ਟੁੱਟ ਗਏ, ਮੁਕਤ ਹੋ ਗਏ। ਐਸੀਆਂ ਦਾਤਾਂ ਰਾਮ ਦੇ ਨਾਮ ਵਿੱਚੋਂ ਮਿਲਦੀਆਂ ਹਨ। ਅਜਾਮਲ ਪਾਪੀ ਜਗ ਜਾਣੈ, ਨਿਮਕ ਮਾਹੇ ਨਿਸਤਾਰਾ। ਸਤਿਗੁਰੂ ਬਖਸ਼ਿਸ਼ ਕਰਦੇ। ਅਜਾਮਲ ਨਾਮ ਦਾ ਇੱਕ ਵਿਅਕਤੀ ਹੋਇਆ ਪਹਿਲੇ ਸਮੇਂ ਦੇ ਅੰਦਰ, ਜਾਤ ਦਾ ਬ੍ਰਾਹਮਣ ਹੈ ਤੇ ਬੜੇ ਬੜੇ ਗ੍ਰੰਥ ਪੜ੍ਹੇ ਹੋਏ, ਬੜਾ ਵੱਡਾ ਵਿਦਵਾਨ ਹੈ। ਐਸੀ ਵਿਦਵਤਾ ਕੋਲ ਹੈ ਕਿ ਸਭ ਤੋਂ ਵੱਡੀ ਨੌਕਰੀ ਮਿਲੀ ਰਾਜੇ ਦੇ ਦਰਬਾਰ ਵਿੱਚ ਕਥਾ ਕਰਦਾ। ਹੁਣ ਰਾਜੇ ਦੇ ਦਰਬਾਰ ਵਿੱਚ ਕਥਾ ਕਰਨੀ ਹਰੇਕ ਦੇ ਵੱਸ ਦੀ ਗੱਲ ਨਹੀਂ ਹੈ। ਏਡਾ ਵੱਡਾ ਪੰਡਤ ਗਿਆਨੀ ਹੈ, ਰਾਜੇ ਦੇ ਦਰਬਾਰ ਵਿੱਚ ਕਥਾ ਕਰਦਾ। ਜਦੋਂ ਕਥਾ ਕਰਨ ਵਾਸਤੇ ਜਾਂਦਾ ਹੈ, ਇੱਕ ਦਿਨ ਗੁਰੂ ਨੇ ਸਮਝਾਇਆ, ਜਿਹਦੇ ਕੋਲੋਂ ਵਿਦਿਆ ਲਈ ਹੈ, ਉਹਨੇ ਆਖਿਆ ਕਦੇ ਬਾਜ਼ਾਰ ਵਿੱਚੋਂ ਨਾ ਲੰਘ ਕੇ ਜਾਈ। ਜਦੋਂ ਰਾਜੇ ਦੇ ਦਰਬਾਰ ਜਾਣਾ, ਬਾਜ਼ਾਰ ਦੇ ਬਾਰ-ਬਾਰ ਤੂੰ ਜਾਣਾ ਹੈ। ਇਹਨੇ ਬਚਨ ਪੱਲੇ ਬੰਦ ਲਿਆ, ਕਹਿਣ ਲੱਗਾ ਜੀ ਮੈਂ ਕਦੇ ਬਾਜ਼ਾਰ ਵਿੱਚੋਂ ਨਹੀਂ ਜਾਵਾਂਗਾ। ਬਾਜ਼ਾਰ ਦੇ ਬਾਰ-ਬਾਰ ਜਾਂਦਾ ਹੈ, ਸ਼ਹਿਰ ਦੇ ਬਾਰ-ਬਾਰ ਜਾ ਕੇ ਕਥਾ ਕਰਕੇ ਬਾਹਰੋਂ ਬਾਹਰ ਹੀ ਵਾਪਸ ਆ ਜਾਂਦਾ। ਇੱਕ ਦਿਨ ਮਨ ਵਿੱਚ ਸੋਚਿਆ ਕਿ ਗੁਰੂ ਨੇ ਆਖਿਆ ਬਾਜ਼ਾਰ ਵਿੱਚ ਨਹੀਂ ਜਾਣਾ, ਮੈਂ ਜਾ ਕੇ ਵੇਖਾਂ ਤੇ ਸਹੀ ਵੀ ਬਾਜ਼ਾਰ ਵਿੱਚ ਹੁੰਦਾ ਕੀ ਹੈ। ਕੋਈ ਇਹੋ ਜਿਹਾ ਕੰਮ ਨਾ ਹੋਵੇ ਜਿਹੜਾ ਮੈਂ ਵੇਖਣ ਤੋਂ ਹੀ ਕਿਤੇ ਰਹਿ ਜਾਵਾਂ। ਅੱਜ ਉਹ ਬਚਨ ਤੋੜਿਆ। ਚਲੋ ਬਾਜ਼ਾਰ ਦੇ ਵਿੱਚੋਂ ਦੀ ਚੱਲਦੇ, ਰੰਗ ਤਮਾਸ਼ਾ ਵੇਖਦੇ ਜਾਂਦੇ। ਜਦੋਂ ਬਾਜ਼ਾਰ ਦੇ ਵਿੱਚੋਂ ਦੀ ਲੰਘ ਕੇ ਗਿਆ ਤੇ ਕਹਿਣ ਲੱਗੇ ਬਾਜ਼ਾਰ ਦੇ ਵਿੱਚ ਵੇਸਵਾ ਦਾ ਘਰ ਹੈ, ਚੁਬਾਰੇ ਦੇ ਵੱਲ ਜਦੋਂ ਨਿਗਾਹ ਪਈ ਤੇ ਕਹਿਣ ਲੱਗੇ ਉਸ ਵੇਲੇ ਵਾਰ-ਵਾਰ ਹੁਣ ਰੋਜ਼ ਹੀ ਆਉਣਾ ਜਾਣਾ ਸ਼ੁਰੂ ਹੋ ਗਿਆ। ਜਦੋਂ ਜਾਂਦਾ ਉੱਥੋਂ ਹੀ ਲੰਘ ਕੇ ਜਾਂਦਾ, ਜਦੋਂ ਆਉਂਦਾ ਉਸੇ ਬਾਜ਼ਾਰ ਵਿੱਚੋਂ ਲੰਘ ਕੇ ਆਉਂਦਾ। ਕਰਦਿਆਂ ਕਰਦਿਆਂ ਉਸ ਵੇਸਵਾ ਦੇ ਨਾਲ ਹੀ ਵਿਆਹ ਕਰਵਾ ਲਿਆ। ਜਾਤ ਦਾ ਬ੍ਰਾਹਮਣ ਹੈ, ਵਿਦਵਾਨ ਹੈ, ਗ੍ਰੰਥ ਪੜ੍ਹਿਆ ਹੋਇਆ, ਉੱਚੀ ਕੁਲ ਵਿੱਚ ਜਨਮਿਆ ਹੋਇਆ, ਰਾਜੇ ਦੇ ਦਰਬਾਰ ਵਿੱਚ ਕਥਾ ਕਰਨ ਵਾਲਾ। ਵੇਸਵਾ ਨਾਲ ਵਿਆਹ ਕਰਵਾ ਲਿਆ। ਜਦੋਂ ਲੋਕਾਂ ਨੂੰ, ਭਾਈਚਾਰੇ, ਕਬੀਲੇ ਨੂੰ ਪਤਾ ਲੱਗਾ, ਉਹਨਾਂ ਨੇ ਇਹਨੂੰ ਆਪਣੀ ਜਮਾਤ ਵਿੱਚੋਂ, ਸ਼੍ਰੇਣੀ ਵਿੱਚੋਂ ਬਾਹਰ ਕੱਢ ਦਿੱਤਾ। ਨੌਕਰੀ ਵੀ ਜਾਂਦੀ ਰਹੀ, ਭਾਈਚਾਰਾ ਵੀ ਜਾਂਦਾ ਰਿਹਾ। ਕੱਢ ਕੇ ਬਾਹਰ ਸ਼ਹਿਰ ਤੋਂ, ਨਗਰ ਤੋਂ ਲੋਕਾਂ ਨੇ ਬਿਠਾ ਦਿੱਤਾ ਵੀ ਤੂੰ ਪਿੰਡ ਵਿੱਚ ਫੇਰਾ ਨਹੀਂ ਪਾਉਣਾ, ਤੂੰ ਇਹ ਕੁਕਰਮ ਕੀਤਾ, ਮਾੜਾ ਕਰਮ ਕੀਤਾ। ਸੋ ਇਸ ਤਰ੍ਹਾਂ ਦਾ ਕਰਮ ਕਰਕੇ ਉਸ ਨੂੰ ਪਿੰਡੋਂ ਬਾਹਰ ਕੱਢਿਆ। ਕਹਿਣ ਲੱਗੇ ਹੁਣ ਰਹਿੰਦਾ ਪਿੰਡੋਂ ਬਾਹਰ ਵਾ, ਟੁੱਟਾ ਜਿਹਾ ਛੱਪਰ ਪਾਇਆ ਹੋਇਆ, ਆਪਣੀ ਜ਼ਿੰਦਗੀ ਬਤੀਤ ਕਰਦਾ। ਜਦੋਂ ਕੁਝ ਕੁ ਸਮਾਂ ਲੰਘਿਆ ਫਿਰ ਜਾ ਕੇ ਅਕਲ ਆਈ ਵੀ ਮੈਂ ਗਲਤੀ ਕੀਤੀ ਹੈ, ਇਹਦਾ ਸੁਧਾਰ ਕਰਨਾ ਚਾਹੀਦਾ। ਇੱਕ ਦਿਨ ਕੋਈ ਮਹਾਤਮਾ ਜਾਂਦੇ ਪਏ, ਉਹਨਾਂ ਨੂੰ ਬੇਨਤੀ ਕੀਤੀ। ਕਹਿਣ ਲੱਗਾ ਜੀ ਮੇਰੇ ਘਰੇ ਆ ਕੇ ਭੋਜਨ ਪ੍ਰਸ਼ਾਦਾ ਛਕੋ, ਮੇਰੇ ਭਲੇ ਦਾ ਕੋਈ ਬਚਨ ਦੱਸੋ। ਮਹਾਤਮਾ ਨੇ ਭੋਜਨ ਛਕਿਆ, ਬਚਨ ਇਹ ਕੀਤਾ। ਕਹਿਣ ਲੱਗੇ ਤੇਰੇ ਘਰ ਵਿੱਚ ਪੁੱਤਰ ਨੇ ਜਨਮ ਲੈਣਾ, ਜਿਹੜਾ ਪੁੱਤਰ ਹੁਣ ਜਨਮ ਲਵੇ, ਬੱਚਾ ਜਨਮ ਲਵੇ, ਉਹਦਾ ਨਾਮ ਨਰਾਇਣ ਰੱਖ, ਤੇਰਾ ਭਲਾ ਹੋ ਜਾਏਗਾ। ਇਹਨੇ ਬਚਨ ਮੰਨ ਲਿਆ। ਉਸੇ ਵੇਲੇ ਮਨ ਦੇ ਵਿੱਚ ਥੋੜ੍ਹੇ ਸਮੇਂ ਬਾਅਦ ਜਦੋਂ ਘਰ ਵਿੱਚ ਸੰਤਾਨ ਪੈਦਾ ਹੋਈ, ਇਹਨੇ ਨਾਮ ਹੀ ਰੱਖ ਦਿੱਤਾ ਬੱਚੇ ਦਾ ਨਰਾਇਣ। ਹਰ ਵੇਲੇ ਉਹਦੇ ਨਾਮ ਨੂੰ ਯਾਦ ਕਰਦਾ, ਕਿਉਂਕਿ ਪ੍ਰਮਾਤਮਾ ਦਾ ਨਾਮ ਬੜਾ ਵੱਡਾ ਨਾ, ਸਾਰੀਆਂ ਮੈਲਾਂ ਧੋ ਦਿੰਦਾ। ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ, ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਰੱਬ ਦਾ ਨਾਮ ਧੋ ਦਿੰਦਾ ਸਾਰੇ ਪਾਪ। ਜਦੋਂ ਜਦੋਂ ਨਰਾਇਣ ਨਰਾਇਣ ਕਹਿੰਦਾ ਪਾਪ ਧੁੱਪਦੇ ਜਾਂਦੇ। ਕਹਿਣ ਲੱਗੇ ਜਦੋਂ ਅੰਤ ਸਮਾਂ ਆਇਆ, ਦੁਨੀਆ ਤੋਂ ਜਾਣਾ ਤੇ ਸਾਰਿਆਂ ਨੇ ਹੀ ਹੈ। ਜਦੋਂ ਜਮ ਲੈਣ ਵਾਸਤੇ ਆਏ, ਜਮਾਂ ਦਾ ਸਰੂਪ ਵੇਖ ਕੇ ਅਜਾਮਲ ਡਰ ਗਿਆ। ਡਰ ਕੇ ਆਪਣੇ ਪੁੱਤਰ ਨੂੰ ਆਵਾਜ਼ ਮਾਰਦਾ, ਨਰਾਇਣ ਆ ਮੇਰੀ ਰੱਖਿਆ ਕਰ। ਕਹਿਣ ਲੱਗੇ ਜਦੋਂ ਪੁੱਤਰ ਦਾ ਨਾਮ ਲੈ ਕੇ ਆਵਾਜ਼ਾਂ ਦਿੱਤਾ, ਉਹ ਜਿਹੜੇ ਜਮ ਸੀ ਡਰ ਕੇ ਦੌੜ ਗਏ, ਰੱਬ ਨੂੰ ਯਾਦ ਕਰਦਾ ਪਿਆ ਹੈ। ਉਸੇ ਵੇਲੇ ਰਾਮਗਣ ਆਏ, ਇਸ ਨੂੰ ਲੈ ਗਏ, ਸਵਰਗਾਂ ਦੀ ਪ੍ਰਾਪਤੀ ਵਾਲਾ ਬਣ ਗਿਆ। ਮਹਾਰਾਜ ਕਹਿਣ ਲੱਗੇ ਬਚਨ ਇਹ ਹੈ, ਅਜਾਮਲ ਪਾਪੀ ਜਗ ਜਾਣੇ। ਦੁਨੀਆ ਜਾਣਦੀ ਹੈ, ਬਾਜ਼ਾਰ ਜਾਣਦਾ ਹੈ, ਸ਼ਹਿਰ ਜਾਣਦਾ ਹੈ, ਅਜਾਮਲ ਪਾਪੀ ਹੈ, ਵੇਸਵਾ ਨਾਲ ਵਿਆਹ ਕਰਾਈ ਬੈਠਾ ਹੈ। ਪਰ ਨਿਮਖ ਮਾਹੇ ਨਿਸਤਾਰਾ, ਪਰਮਾਤਮਾ ਨੇ ਭਲਾ ਕੀਤਾ ਤੇ ਇੱਕ ਨਿਮਖ ਦੇ ਵਿੱਚ ਹੀ ਮੂੰਹ ਆਖਿਆ ਨਰਾਇਣ। ਨਰਾਇਣ ਕਹਿਣ ਦੀ ਢੇਰ ਸੀ, ਨਾਲ ਹੀ ਭਲਾ ਹੋ ਗਿਆ, ਨਾਲ ਹੀ ਮੁਕਤੀ ਹੋ ਗਈ। ਇੱਕ ਨਿਮਖ ਦੇ ਵਿੱਚ ਮਹਾਰਾਜ ਐਸੀਆਂ ਦਾਤਾਂ ਜਿਹੜੀਆਂ ਨੇ ਉਹ ਬਖਸ਼ਿਸ਼ ਕਰਦੇ ਹਨ। ਨਾਨਕ ਕਹਿਤ ਚੇਤ ਚਿੰਤਾ ਮਨ, ਤੈ ਵੀ ਉਤਰੇ ਪਾਰਾ। ਪਾਤਸ਼ਾਹ ਕਹਿਣ ਲੱਗੇ ਚੇਤ ਚੇਤੇ ਕਰ। ਕਿਹਨੂੰ ਚੇਤੇ ਕਰ? ਚਿੰਤਾ ਮਨ। ਇੱਕ ਮਣੀ ਹੈ, ਉਸ ਮਣੀ ਨੂੰ ਚਿੰਤਾ ਮਣੀ ਕਿਹਾ ਜਾਂਦਾ। ਕਹਿੰਦੇ ਸਵਰਗਾਂ ਵਿੱਚ ਦੇਵਤਿਆਂ ਦੇ ਕੋਲ ਹੈ। ਉਸ ਮਣੀ ਦੇ ਕੋਲੋਂ ਜਿਹੜੀ ਚੀਜ਼ ਮੰਗ ਲਈਏ ਨਾ ਵੀ ਸਾਨੂੰ ਆਹ ਦੇ,
ਉਹ ਮਣੀ ਉਹ ਚੀਜ਼ ਦੇ ਦਿੰਦੀ ਹੈ, ਇੱਕ ਮੁਕਤੀ ਨਹੀਂ ਦੇ ਸਕਦੀ, ਇੱਕ ਮਨੁੱਖਾ ਜਨਮ ਨਹੀਂ ਉਹ ਦੇ ਸਕਦੀ, ਪਦਾਰਥ ਸਾਰੇ ਦਿੰਦੀ ਹੈ। ਮਹਾਰਾਜ ਕਹਿਣ ਲੱਗੇ ਜਿਵੇਂ ਚਿੰਤਾ ਮਣੀ ਮਨ ਦੀਆਂ ਇੱਛਾਵਾਂ ਪੂਰੀਆਂ ਕਰਦੀ ਹੈ, ਪਰਮਾਤਮਾ ਦੇ ਨਾਮ ਨੂੰ ਚੇਤੇ ਕਰ। ਰੱਬ ਦਾ ਨਾਮ ਵੀ ਚਿੰਤਾਮਣੀ ਹੈ, ਰੱਬ ਦਾ ਨਾਮ ਤੇ ਮੁਕਤੀ ਵੀ ਦੇ ਦਿੰਦਾ। ਚਿੰਤਾਮਣੀ ਨੇ ਮੁਕਤੀ ਨਹੀਂ ਦਿੱਤੀ, ਪਦਾਰਥ ਦਿੱਤੇ ਨੇ, ਪਰਮਾਤਮਾ ਦਾ ਨਾਮ ਮੁਕਤੀ ਵੀ ਦਿੰਦਾ। ਨਾਨਕ ਕਹਿਤ ਚੇਤ ਚੇਤੇ ਕਰ ਚਿੰਤਾ ਮਨ, ਚਿੰਤਾਮਣੀ ਵਰਗਾ ਜਿਹੜਾ ਪਰਮਾਤਮਾ ਦਾ ਨਾਮ ਹੈ, ਤੈ ਭੀ ਉਤਰਹਿ ਪਾਰਾ। ਇਹ ਨਾ ਸੋਚ ਵੀ ਬਾਕੀਆਂ ਦਾ ਭਲਾ ਹੋ ਗਿਆ ਤੇ ਮੈਂ ਪਿੱਛੇ ਰਹਿ ਗਿਆ, ਨਹੀਂ, ਤੇਰਾ ਵੀ ਭਲਾ ਹੋ ਜਾਵੇਗਾ। ਰੱਬ ਦੇ ਨਾਮ ਦੇ ਵਿੱਚ ਅੱਜ ਵੀ ਉਨੀ ਤਾਕਤ ਹੈ ਜਿੰਨੀ ਪਹਿਲਾਂ ਸੀ। ਜਿਵੇਂ ਉਹਨੇ ਪਹਿਲਾਂ ਦੂਜਿਆਂ ਦਾ ਭਲਾ ਕੀਤਾ ਹੈ, ਉਸੇ ਤਰ੍ਹਾਂ ਉਹ ਤੇਰਾ ਅੱਜ ਵੀ ਭਲਾ ਕਰਦਾ ਪਿਆ। ਐਸੀਆਂ ਦਾਤਾਂ ਉਹਦੇ ਨਾਮ ਦੀਆਂ ਜਿਹੜੀਆਂ ਨੇ ਉਹ ਪ੍ਰਾਪਤ ਹੁੰਦੀਆਂ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ ਦਿਓ ਸੱਜਣ ਆਸੀਸੜੀਆਂ, ਜੋ ਹੋਵੇ ਸਾਹਿਬ ਸਿਓ ਮੇਲੋ। ਅਜਾਮਲ ਪਾਪੀ ਜਗ ਜਾਣੈ ਨਿਮਕ ਮਾਹੇ ਨਿਸਤਾਰਾ, ਨਾਨਕ ਕਹਿਤ ਚੇਤ ਚਿੰਤਾ ਮਨ ਤੈ ਵੀ ਉਤਰੈ ਪਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਜੋ ਕਥਾ ਆਪਾਂ ਸਵੇਰੇ ਸ਼ਾਮ ਸਰਵਨ ਕਰਦੇ ਹਾਂ, ਇਸ ਨੂੰ ਚੈਨਲ ਦੇ ਉੱਪਰ ਪਾਇਆ ਜਾਂਦਾ ਹੈ। ਆਪ ਸੰਗਤਾਂ ਗੁਰਦੁਆਰਾ ਸਨੀ ਇਨਕਲੇਵ ਭਰ ਕੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨ ਦੀ ਕਿਰਪਾਲਤਾ ਕਰੋ ਅਤੇ ਅੱਗੇ ਹੋਰ ਸੰਗਤਾਂ ਨੂੰ ਇਸ ਕਥਾ ਨੂੰ ਭੇਜਣ ਦੀ ਕਿਰਪਾਲਤਾ ਕਰੋ। ਇਹ ਬੇਨਤੀਆਂ ਪ੍ਰਵਾਨ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।